सतगुरु गुरु ग्रंथ साहिब जी दे अमृत बचना विच दातार जी ने गुरमत सिखण दे लई सतगुरु जी दे दर्शाए हुए पवित्र मार्ग ते चलण दे लई सतगुरु जी दे अमृत बचना अनुसार जीवन ढालण दे लई जो अस्थान सानू किरपा करके दसना कीता वो अस्थान है सत संगत। गुरु संगत भी जिसनू आपां शब्द वरतने धन गुरु नानक साहिब कृपालू जी ने अपने अमृत बचना दे विच जो भाई साहब भाई गुरदास जी होरां ने अपनी पहली वार विच दर्ज कीते ने सब तो वड्डी मनुख दे जीवन नू पलटन वाली जो शक्ति जो ताकत जो समर्था है वो भाई गुरदास जी की रचना है ते शब्द गुरु नानक साहिब जी दे पवित्र मुख तो उन्हां उचारण करदे को लिखिया है कि जेकर मनुख अपनी जिंदगी नू पलटना चाहता है ते सब तो वड्डी रहमत गुरु की बाणी ते दूसरा नाल शब्द वरत्या है गुरु की संगत विच है। हजूर जी ने अमृत बाणी विच भाई गुरदास जी होरां ने कृपा कीती ते उन्हां ने सतगुरु दे पवित्र मुख तो बचन कराए ने कि गुरु संगत बाणी बिना दूजी ओट नहीं खैराई। एक गुरु की संगत ते दूसरा शब्द वरत्या गुरु की बाणी इस तो बिना राही दे दाने जिन्ना किसे होर दा आसरा कोई टेक सहारा नहीं। गुरु की संगत ते गुरबाणी ही मनुख दे जीवन नू गुरमत मार्ग ते चला सकदी है। धन गुरु ग्रंथ साहिब जी ने कृपा कीती कि मनुखी शरीर अपने इन्हां इंद्रियां दे राही अपने अंदर नू दिन रात खंडांदा रहिंदा है। देखो जे मालक दे शब्द भी जुड़ना है उस वास्ते अंतरमुखी होना ते शब्द की कमाई दे लाई मन का टिकाओ अत जरूरी है। वैसे तो इंद्रियां की गिनती 9 प्रगट शब्द वरते ने ते 10 नू गुप्त किया है। सियाणे सज्जन ये गल कहंदे ने कि मनुख दे मन नू खंडाण वास्ते 3 इंद्रियां का बहुत वड्डा योगदान है। इन्हां विच सब तो वड्डा योगदान आ 2 नेत्रां दा है। उस तो बाद जिन्हां कन्नां नाल आपां सुनने हां ते तीसरा जिस जबान नाल रसना नाल आपां बोलने भी हां ते सुनी दुनिया दे स्वाद भी चखने। एक गुरमुख विद्वान ने तां शब्द वरते ने कि मनुख अपनी जिंदगी विच इहदे मन दा 83% खंडाओ केवल इहदियां अखां करके हुंदा है। 83% ਇਹਦੇ ਨੇਤਰਾਂ ਵਿੱਚ ਤੱਕਣ ਕਰਕੇ ਖੰਡਾਓ ਬਣਦਾ ਹੈ। ਉਹ ਕਹਿੰਦੇ ਨੇ 13% ਇਹਦੇ ਮਨੁੱਖ ਦੀ ਜ਼ਬਾਨ ਨਾਲ ਬੋਲਣ ਨਾਲ ਰਸ ਨਾਲ ਖੰਡਾਓ ਆਉਂਦਾ ਹੈ ਤੇ 4% ਮਨੁੱਖ ਦਾ ਮਨ ਜਿਹੜਾ ਹੈ ਉਹ ਇਹਨਾਂ ਕੰਨਾਂ ਦੇ ਰਾਹੀਂ ਸੁਣਨ ਨਾਲ ਖਿੰਡ ਜਾਂਦਾ ਹੈ। 83% ਅੱਖਾਂ ਨਾਲ, 4% ਇਹਨਾਂ ਕੰਨਾਂ ਦੇ ਨਾਲ ਤੇ 13% ਜਿਹੜਾ ਹੈ ਉਹ ਕੇਵਲ ਤਾਂ ਕੇਵਲ ਮਨੁੱਖ ਦੀ ਜਿਹੜੀ ਜ਼ਬਾਨ ਹੈ ਇਹਦੇ ਨਾਲ ਖੰਡਾਓ ਪਿਆ ਆਉਂਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ। ਫਿਰ ਆਪਾਂ ਇਹਨਾਂ ਨੂੰ ਟਿਕਾ ਵਿੱਚ ਕਿਵੇਂ ਲਿਆਈਏ? ਕਿਹੜਾ ਤਰੀਕਾ, ਕਿਹੜੀ ਜੁਗਤ ਹੈ ਕਿ ਮਨੁੱਖ ਦਾ ਮਨ ਪੂਰਨ ਤੌਰ ਤੇ ਟਿਕ ਜਾਏ ਤੇ ਮਾਲਕ ਦੇ ਚਰਨਾਂ ਵਿੱਚ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਇਨਸਾਨ ਕਮਾ ਸਕੇ। ਤੇ ਸਤਿਗੁਰੂ ਨੇ ਉਹ ਸਭ ਤੋਂ ਸ੍ਰੇਸ਼ਟ ਬਚਨ ਕਿਹਾ ਕਿ ਜਿਉਂ ਜੀ ਮਨੁੱਖ ਸੰਗਤ ਕਰਦਾ ਹੈ ਸਮੇਂ ਦੇ ਨਾਲ ਕੁਦਰਤੀ ਤੌਰ ਤੇ ਮਨੁੱਖ ਦਾ ਸੁਭਾਅ ਵੀ ਉਹ ਜਿਹਾ ਬਣ ਜਾਂਦਾ ਹੈ। ਜਿਉਂ ਜਿਹਾ ਮਨੁੱਖ ਦਾ ਸੁਭਾਅ ਬਣਦਾ ਹੈ ਤੇ ਕੁਦਰਤੀ ਤੌਰ ਤੇ ਆਪਣੇ ਕਰਮ ਵੀ ਫਿਰ ਉਹੋ ਜਿਹਾ ਕਰਨ ਲੱਗ ਪੈਂਦਾ ਹੈ। ਮਨੁੱਖ ਨੇ ਅੰਦਰ ਨੂੰ ਟਿਕਾਣਾ ਹੈ ਤਾਂ ਸਭ ਤੋਂ ਜ਼ਿਆਦਾ ਇਹਦੀ ਸੰਗਤ ਤੇ ਨਿਰਭਰ ਕਰਦਾ ਹੈ। ਜਿਉਂ ਜੀ ਇਹ ਸੰਗਤ ਕਰਦਾ ਹੈ ਤੇ ਇਨਸਾਨ ਦਾ ਸੁਭਾਅ ਇਸੇ ਤਰ੍ਹਾਂ ਹੀ ਬਣ ਜਾਂਦਾ ਹੈ। ਭਾਵਾਂ ਕਿ ਜੀਵ ਆਤਮਾ ਹਰ ਇੱਕ ਦੇ ਅੰਦਰ ਹੈ। 5 ਤੱਤਾਂ ਦਾ ਸਰੀਰ ਹਰ ਇੱਕ ਦਾ ਬਣਿਆ ਹੈ। 5 ਤੱਤਾਂ ਦੇ 5 ਗੁਣ ਵੀ ਵੱਖਰੇ ਵੱਖਰੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਉਂ ਜੀ ਸੰਗਤ ਮਨੁੱਖ ਕਰਦਾ ਹੈ ਉਹੋ ਜਿਹਾ ਮਨੁੱਖ ਦੇ ਅੰਦਰ ਦਾ ਸੁਭਾਅ ਬਣ ਜਾਂਦਾ ਹੈ।
ਇਸ ਨੂੰ ਸਮਝਾਉਣ ਦੇ ਲਈ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ ਤੇ ਆਪ ਜੀ ਦੇ ਚਰਨਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਵਾਰ ਦੀ ਪੌੜੀ ਤੇ ਇੱਕ ਕਵਿਤ ਹੈ ਕਿ ਜਿਹਦੇ ਨਾਲ ਮੇਰਾ ਖਿਆਲ ਹੈ ਕਿ ਇਹ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਅੰਦਰ ਜੋਤ ਪਰਮਾਤਮਾ ਦੀ ਵਰਤਦੀ ਹੈ, ਪਰ ਜਿਉਂ ਜੀ ਸੰਗਤ ਕਰੀਏ ਮਨੁੱਖ ਦਾ ਸੁਭਾਅ ਉਸੇ ਤਰ੍ਹਾਂ ਹੀ ਬਣ ਜਾਂਦਾ ਹੈ। ਭਾਈ ਸਾਹਿਬ ਨੇ ਇੱਕ ਉਦਾਹਰਨ ਦਈਏ ਅੰਮ੍ਰਿਤ ਬਾਣੀ ਉਹਨਾਂ ਦੀ ਵਿੱਚ, ਕਹਿੰਦੇ ਨੇ ਹਰ ਮਨੁੱਖ ਦੇ ਅੰਦਰ ਪਰਮਾਤਮਾ ਨਾਲ ਮਿਲਣ ਦੀ ਸਮਰੱਥਾ ਹੈ, ਹਰ ਮਨੁੱਖ ਦੇ ਅੰਦਰ ਗੁਰਮੁਖ ਪਦਵੀ ਤੇ ਪਹੁੰਚਣ ਦੀ ਸਮਰੱਥਾ ਹੈ, ਹਰ ਮਨੁੱਖ ਦੇ ਅੰਦਰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਹੈ, ਪਰ ਸ਼ਰਤ ਉਸ ਮਨੁੱਖ ਨੂੰ ਉਹਦੇ ਜੀਵਨ ਵਿੱਚ ਸੰਗਤ ਕਿਹੋ ਜਿਹੀ ਮਿਲਦੀ ਪਈ ਹੈ। ਭਾਈ ਸਾਹਿਬ ਨੇ ਸਿਰਫ ਇੱਕ ਪਾਣੀ ਦੀ ਬੂੰਦ ਦੀ ਉਦਾਹਰਨ ਲਈ। ਕਹਿੰਦੇ ਨੇ ਪਾਣੀ ਸਾਰੀਆਂ ਥਾਵਾਂ ਤੇ ਮੀਂਹ ਪੈਂਦਾ ਹੈ, ਇੱਕੋ ਜਿਹਾ ਵਰਸਦਾ ਹੈ। ਇਹਨਾਂ ਪਾਣੀ ਦੀਆਂ ਬੂੰਦਾਂ ਦੇ ਵਿੱਚ ਇੱਕ ਬੂੰਦ ਲਈ ਸ਼ਬਦ ਵਰਤਿਆ ਜਾਂਦਾ ਹੈ ਕਿ ਇਹ ਸਵਾਂਤੀ ਬੂੰਦ ਹੈ, ਤੇ ਉਹ ਭਾਗਾਂ ਵਾਲੀ ਬੂੰਦ ਇੰਨੀ ਸਮਰੱਥਾ ਆਪਣੇ ਵਿੱਚ ਸਮੇਟ ਕੇ ਬੈਠੀ ਏ, ਜਿੱਥੇ ਵੀ ਉਹ ਡਿੱਗੇਗੀ ਉਹਨੇ ਅਸਰ ਜ਼ਰੂਰ ਕਰਨਾ। ਅਸਮਾਨ ਤੋਂ ਡਿੱਗੀ ਉਹ ਅਤ ਦੀ ਨਿਰਮਲ ਹੈ। ਸਿਰਫ ਉਦਾਹਰਨ ਹੈ ਸਮਝਣ ਲਈ ਕਿ ਸਤ ਸੰਗਤ ਤੋਂ ਕੁਰਬਾਨ ਜਾਈਏ, ਜਿਹਦੇ ਵਿੱਚ ਬੈਠ ਕੇ ਨਾਮ ਦਾ ਰਸ ਆ ਸਕਦਾ ਹੈ, ਜਿਹਦੇ ਵਿੱਚ ਇਹ ਇੰਦਰੇ ਬਾਹਰ ਮੁਖੀ ਬਿਰਤੀ ਦੀ ਬਜਾਏ ਅੰਤਰਮੁਖ ਹੋ ਸਕਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੱਕ ਸਵਾਂਤੀ ਬੂੰਦ ਐਸੀ ਹੈ ਕਿ ਜਿੱਥੇ ਵੀ ਉਹ ਡਿੱਗੇਗੀ ਉਹਨੇ ਆਪਣਾ ਅਸਰ ਜ਼ਰੂਰ ਕਰਨਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਜੇਕਰ ਇਹ ਪਾਣੀ ਦੀ ਬੂੰਦ ਕਿਤੇ ਆਮ ਪਾਣੀ ਵਿੱਚ ਡਿੱਗ ਪਵੇ, ਸਰੋਵਰ ਵਿੱਚ ਡਿੱਗ ਪਵੇ, ਤੇ ਸਵਾਂਤੀ ਬੂੰਦ ਸਰੋਵਰ ਵਿੱਚ ਡਿੱਗਣ ਦੀ ਦੇਰ ਏ, ਸਰੋਵਰ ਦੇ ਪਾਣੀ ਦਾ ਰੂਪ ਹੋ ਜਾਏਗੀ, ਪਾਣੀ ਵਿੱਚ ਮਿਲ ਜਾਏਗੀ। ਜੇਕਰ ਉਹ ਸਵਾਂਤੀ ਬੂੰਦ ਕਿਤੇ ਵਾਹੀ ਹੋਵੇ ਜ਼ਮੀਨ, ਉਸ ਧਰਤੀ ਤੇ ਡਿੱਗ ਪਵੇ, ਤੇ ਗੁਰੂ ਕੇ ਸਿੱਖੋ ਉਸ ਧਰਤੀ ਉੱਤੇ ਉੱਗੇ ਹੋਏ ਪੇਡੇ, ਉਸ ਧਰਤੀ ਵਿੱਚ ਪਾਇਆ ਹੋਇਆ ਬੀਜ, ਉਸ ਧਰਤੀ ਵਿੱਚ ਜਿਹੜੀ ਫਸਲ ਪੈਦਾ ਹੁੰਦੀ ਏ, ਸਵਾਂਤੀ ਬੂੰਦ ਡਿੱਗੇ ਤੇ ਉਹ ਫਸਲ ਨੂੰ ਕਈ ਗੁਣਾ ਵੱਧ ਜਿਹੜੀ ਉਹ ਤਾਕਤ ਦੇ ਜਾਂਦੀ ਹੈ। ਉਹੀ ਬੂੰਦ ਕਹਿੰਦੇ ਨੇ, ਉਹੀ ਸਵਾਂਤੀ ਬੂੰਦ ਕਿਤੇ ਸਮੁੰਦਰ ਦੀ ਖੇਪ ਉੱਤੇ ਸਿੱਪੀ ਤਰਦੀ ਹੋਵੇ ਤੇ ਸਿੱਪੀ ਵਿੱਚ ਡਿੱਗ ਪਵੇ, ਤੇ ਉਸ ਬੂੰਦ ਵਿੱਚ ਇੰਨੀ ਕੁ ਸਮਰੱਥਾ ਹੈ ਜਿਹੜੀ ਪਾਣੀ ਵਿੱਚ ਮਿਲੇ ਪਾਣੀ ਦਾ ਰੂਪ ਹੋ ਗਈ, ਮਿੱਟੀ ਵਿੱਚ ਮਿਲੇ ਤੇ ਮਿੱਟੀ ਦਾ ਰੂਪ ਹੋ ਗਈ, ਤੇ ਉਸ ਜ਼ਮੀਨ ਨੂੰ ਤਾਕਤ ਦਿੱਤੀ। ਸਿੱਪੀ ਦਾ ਮੂੰਹ ਖੁੱਲ੍ਹਾ ਹੈ, ਪਾਣੀ ਦੀ ਉਹ ਸਵਾਂਤੀ ਬੂੰਦ ਜਦੋਂ ਸਿੱਪੀ ਅੰਦਰ ਡਿੱਗੀ ਤੇ ਕੁਝ ਸਮੇਂ ਤੋਂ ਬਾਅਦ ਸਿੱਪੀ ਦਾ ਮੂੰਹ ਆਪਣੇ ਆਪ ਬੰਦ ਹੋ ਗਿਆ, ਸਿੱਪੀ ਸਮੁੰਦਰ ਦੇ ਪਾਣੀ ਵਿੱਚ ਡੁੱਬਣ ਲੱਗੀ, ਤੇ ਉਹੀ ਸਵਾਂਤੀ ਬੂੰਦ ਕੀਮਤੀ ਮੋਤੀ ਬਣ ਕੇ ਸੰਸਾਰ ਤੇ ਆ ਗਈ। ਬੂੰਦ ਉਹੀ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਉਹੀ ਬੂੰਦ ਕਿਤੇ ਕੇਲੇ ਵਿੱਚ ਡਿੱਗ ਪਵੇ ਤੇ ਕੀਮਤੀ ਕਪੂਰ ਬਣ ਜਾਂਦੀ ਏ, ਤੇ ਬਦਕਿਸਮਤੀ ਦੇ ਨਾਲ ਕਿਤੇ ਸੱਪ ਦਾ ਮੂੰਹ ਹੋਵੇ ਖੁੱਲਾ ਤੇ ਸਵਾਂਤੀ ਬੂੰਦ ਸੱਪ ਦੇ ਮੂੰਹ ਵਿੱਚ ਡਿੱਗ ਪਵੇ, ਤੇ ਡਿੱਗਣ ਤੋਂ ਬਾਅਦ ਉਹ ਜ਼ਹਿਰ ਬਣ ਜਾਂਦੀ ਏ, ਤੇ ਜਿਹਦੇ ਡੰਗਣ ਦੇ ਨਾਲ, ਜਿਹਦੇ ਜ਼ਹਿਰ ਦੇ ਅਸਰ ਦੇ ਨਾਲ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ। ਉਦਾਹਰਨ ਸਿਰਫ ਉਹਨਾਂ ਇੱਕ ਬੂੰਦ ਦੀ ਲਈ। ਸੱਚ ਜਾਣੋ, ਇਹ ਅੰਦਰ ਵਾਲੀ ਜੀਵ ਆਤਮਾ, ਇਹ ਮਨੁੱਖ ਤਾਂ ਇੱਕ ਪਾਣੀ ਦੀ ਬੂੰਦ ਦੀ ਤਰ੍ਹਾਂ ਹੈ, ਤੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਜਦੋਂ ਇਹ ਧਰਤੀ ਤੇ ਆਇਆ, ਇਹਦੇ ਅੰਦਰ ਬਿਲਕੁਲ ਨਿਰਛਲਤਾ ਹੈ, ਇਹਦੇ ਅੰਦਰ ਨਿਰਮਲਤਾ ਹੈ, ਇਹਦੇ ਅੰਦਰ ਨਿਰਲੋਭਤਾ ਹੈ। ਇਹ ਸਵਾਂਤੀ ਬੂੰਦ ਦੀ ਤਰ੍ਹਾਂ ਜੇ ਪਾਣੀ ਵਿੱਚ ਮਿਲੀ ਪਾਣੀ ਦਾ ਰੂਪ ਹੋ ਗਈ, ਧਰਤੀ ਤੇ ਡਿੱਗੀ ਤੇ ਜ਼ਮੀਨ ਨੂੰ ਤਾਕਤ ਦਿੱਤੀ, ਸਿੱਪੀ ਵਿੱਚ ਡਿੱਗੀ ਤਾਂ ਕੀਮਤੀ ਮੋਤੀ ਬਣ ਗਈ, ਸੱਪ ਦੇ ਮੂੰਹ ਵਿੱਚ ਡਿੱਗੀ ਤਾਂ ਜ਼ਹਿਰ ਬਣ ਗਈ, ਕੇਲੇ ਵਿੱਚ ਡਿੱਗੀ ਤਾਂ ਕਪੂਰ ਬਣ ਗਈ। ਕਹਿਣ ਲੱਗੇ ਬੂੰਦ ਤਾਂ ਇੱਕੋ ਵੇ, ਤੂੰ ਪੁੱਛੇਗਾ ਵੀ ਇੰਨੇ ਰੂਪ ਕਿਵੇਂ ਬਦਲ ਲੈ? ਕਹਿਣ ਲੱਗੇ ਅਸਲ ਵਿੱਚ ਜਿਉ ਜੀ ਸੰਗਤ ਉਸ ਬੂੰਦ ਨੂੰ ਮਿਲਦੀ ਰਹੀ, ਸੱਚ ਜਾਣੀ ਉਹੋ ਜਿਹੀ ਉਹਦਾ ਰੂਪ ਬਣ ਗਿਆ। ਸੰਗਤ ਦਾ ਅਸਰ ਇੱਕ ਨਿਰਮਲ ਬੂੰਦ ਉੱਤੇ ਵੀ ਪੈ ਗਿਆ। ਕੇਵਲ ਇਹ ਬੂੰਦ ਦੀ ਦਾਸਤਾਨ ਨਹੀਂ, ਹਕੀਕਤ ਵਿੱਚ ਇਹ ਮਨੁੱਖ ਦੀ ਕਹਾਣੀ ਹੈ। ਜੇ ਕਿਤੇ ਬੰਦਗੀ ਵਾਲਿਆਂ ਦੀ ਸੰਗਤ ਮਿਲ ਜਾਏ ਤੇ ਇੱਕ ਦਿਨ ਬੰਦਗੀ ਕਰਦਿਆਂ ਕਰਦਿਆਂ ਸਾਈਂ ਦੇ ਚਰਨਾਂ ਵਿੱਚ ਜੁੜ ਜਾਏਗਾ। ਜੇ ਮਨਮੁਖਾਂ ਦੀ ਸੰਗਤ ਮਿਲ ਜਾਏ ਤੇ ਟਿਕਿਆ ਹੋਇਆ ਅੰਦਰ ਵੀ ਇੱਕ ਦਿਨ ਖਿੰਡ ਜਾਏਗਾ। ਜੇ ਕਿਤੇ ਚੋਰ ਬਿਰਤੀ ਵਾਲੇ ਦੀ ਸੰਗਤ ਮਿਲ ਜਾਏ ਤੇ ਇਹੀ ਮਨ ਜਿਹੜਾ ਹੈ
दिन रात लोकां दे घरां नूं तक्कन लग पैगा। भाई साहब ने शब्द वरते ने, कहन लगे संसर वरसै स्वात बूंद जो सबनी थाई, जिवें पानी दी बूंद सारियां थावां ते बराबर वरसदी है। कहन लगे जल अंदर जल होए मिलै धरती बहु भाई, किरख बिरख रस कस घने फुल फुल सहाई, केले विच कपूर होए शीतल सुखदाई। साहब जी शब्द वरते ने कि मोती होवे सिप मुंह वो मोल मुलाई, बिसियर दे मुंह कालकूट चितवै बुरियाई। ते गुरमुखा याद रखी आपे आप वरतदा सत संग सुभाई। आपे आप दा अर्थ है कि मेरे मालक जी हर एक अंदर तुसी आप बैठे हो, ते जिहो जी संगत कोई करदा है ओदा सुभाव उसे तरी बन जाता है। साहब ने पहला बचन कहा कि जे सिੱਖੀ ਨੂੰ कमाना है ते सत संगत करनी अत जरूरी है। गुरु संगत, सत संगत, संत संगत, साध संगत बाणी भी शब्द आए ने। इन्हां तो बिना बंदे दे अंदर नूं टिका नहीं मिल सकता। एक दो ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਸਾਂਝੇ ਕਰਨੇ ਨੇ ਜਿਨ੍ਹਾਂ ਵਿੱਚੋਂ ਸਮਝ ਪੈ ਜਾਏਗੀ ਕਿ ਸਤ ਸੰਗਤ ਵਿੱਚ ਟਿਕਣ ਤੋਂ ਬਿਨਾ ਤੇ ਸਤ ਸੰਗਤ ਵਿੱਚ ਬੈਠ ਕੇ ਜੇ ਕਥਾ ਕੀਰਤਨ ਸੁਣਨਾ ਹੈ ਉਹਦੇ ਨਾਲ ਜੇ ਆਪਣੇ ਅੰਦਰ ਦਾ ਅਭਿਆਸ ਵੀ ਜਾਰੀ ਰੱਖੀਏ ਤੇ ਗੁਰਮੁਖੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ ਨੇ, ਜਦੋਂ ਮਨੁੱਖ ਦਾ ਅੰਦਰ ਬਾਹਰ ਨੂੰ ਖਿੰਡਦਾ ਹੈ ਸਤ ਸੰਗਤ ਹੀ ਸਾਡੇ ਅੰਦਰ ਨੂੰ ਟਿਕਾ ਸਕਦੀ। ਦੇਖੋ ਗੋਪੀ ਚੰਦ ਘਰੋਂ ਤੁਰਿਆ ਸੀ ਤੇ ਮਾਂ ਨੇ ਤੁਰਦਿਆਂ ਤਿੰਨ ਗੱਲਾਂ ਕਹੀਆਂ ਸਨ। ਪਹਿਲਾ ਬਚਨ ਕਿਹਾ ਸੀ, ਪੁੱਤਰ ਜੇ ਤੂੰ ਕੁਝ ਕਮਾਈ ਕਰਨ ਚੱਲੇ ਤਾਂ ਐਵੇਂ ਜਾ ਕੇ ਰੁੱਖੀ ਰੋਟੀ ਨਾ ਖਾਈ, 36 ਪ੍ਰਕਾਰ ਦੇ ਭੋਜਨ ਤੋਂ ਬਿਨਾ ਕੁਝ ਖਾਈ ਨਾ। ਦੂਜੀ ਗੱਲ ਕਹੀ ਸੀ ਕਿ ਕਿਲੇ ਵਿੱਚ ਰਹੀਂ, ਕਿਲੇ ਤੋਂ ਬਾਹਰ ਕਿਤੇ ਆਪਣੀ ਜ਼ਿੰਦਗੀ ਨਾ ਬਤੀਤ ਕਰੀ। ਤੇ ਤੀਜਾ ਸ਼ਬਦ ਕਿਹਾ ਸੀ, ਸੋਹਣੀ ਸੇਜ ਤੇ ਸਮੀ, ਸੋਹਣੀ ਸੇਜ ਤੋਂ ਬਿਨਾ ਕਦੀ ਸਮੀ ਨਾ। ਮਾਂ ਨੇ ਜਦੋਂ ਤੁਰਦਿਆਂ ਇਹ ਸ਼ਬਦ ਕਹੇ ਕਿ ਪੁੱਤਰ 36 ਪ੍ਰਕਾਰ ਦੇ ਭੋਜਨ ਖਾਈ, ਸੋਹਣੀ ਸੇਜ ਦੇ ਉੱਤੇ ਸਮੀ, ਤੇ ਨਾਲ ਕਿਹਾ ਕਿਲੇ ਤੋਂ ਬਾਹਰ ਨਾ ਨਿਕਲੀ। ਗੋਪੀ ਚੰਦ ਦੇ ਮਨ ਵਿੱਚ ਸਿਰਫ ਇੱਕ ਫੁਰਨਾ ਹੀ ਉੱਠਿਆ ਸੀ ਕਿ ਮਾਂ ਇੱਕ ਪਾਸੇ ਮੈਂ ਕੀਮਤੀ ਕਿਲੇ ਨੂੰ ਤਿਆਗ ਕੇ ਜਾਣਾ ਪਿਆ ਵਾਂ, ਘਰ ਦੇ ਸੁੱਖ ਪਿਆ ਛੱਡਣਾ ਵਾਂ, ਦੂਜੇ ਪਾਸੇ ਦੇਖ ਮੈਂ ਕੀਮਤੀ ਭੋਜਨ ਛੱਡ ਕੇ ਜਾਣਾ ਪਿਆ ਵਾਂ, ਤੇ ਤੀਜਨ ਮੈਂ ਸੋਹਣੀ ਸੇਜ ਨੂੰ ਛੱਡਿਆ। ਜਿਸ ਰਸਤੇ ਤੇ ਜਿਸ ਮਾਰਗ ਤੇ ਮੈਂ ਚੱਲਣ ਲੱਗਾ ਨਾ ਤਾਂ ਮੇਰੇ ਲਈ ਕਿਸੇ ਨੇ ਕੋਈ ਕਿਲਾ ਉਸਾਰ ਕੇ ਰੱਖਿਆ, ਨਾ ਮਾਂ ਕਿਸੇ ਨੇ ਮੇਰੇ ਲਈ ਕੀਮਤੀ ਭੋਜਨ ਤਿਆਰ ਕਰਕੇ ਰੱਖਿਆ, ਤੇ ਨਾ ਕਿਸੇ ਨੇ ਸੋਹਣੀ ਸੇਜ ਵਿਛਾਈਏ। ਤੁਸੀਂ ਕਿਵੇਂ ਕਹਿ ਦਿੱਤਾ ਮੈਂ ਇਹਨਾਂ ਤਿੰਨ ਗੱਲਾਂ ਨੂੰ ਜ਼ਿੰਦਗੀ ਵਿੱਚ ਕਮਾ ਲਵਾਂ? ਮਾਂ ਨੇ ਰਮਜ਼ ਪਾਈ ਸੀ, ਮਾਂ ਨੇ ਇੱਕ ਬੁਝਾਰਤ ਪਾਈ, ਕਹਿਣ ਲੱਗੀ ਦੇਖ ਬੇਟਾ ਮੇਰੇ ਇਹਨਾਂ ਸ਼ਬਦਾਂ ਨੂੰ ਤੂੰ ਸਮਝ। ਪਹਿਲੀ ਮੈਂ ਗੱਲ ਤੈਨੂੰ ਕਹੀ ਹੈ ਕਿ ਜੇ ਧਰਮ ਨੂੰ ਕਮਾਣਾ ਤੇ ਕਿਲੇ ਤੋਂ ਬਾਹਰ ਨਾ ਨਿਕਲੀ। ਦੇਖ ਬੇਟਾ ਕਿ ਜਿਵੇਂ ਆਪਾਂ ਕਿਲੇ ਵਿੱਚ ਰਹਿੰਦੇ ਆ, ਚਾਰ ਚੁਫੇਰੇ ਦੀਵਾਰ ਵੀ ਏ, ਦਰਵਾਜ਼ੇ ਵੀ ਨੇ, ਪਹਿਰੇਦਾਰ ਵੀ ਖਲੋਤੇ ਨੇ। ਇਸ ਕਿਲੇ ਵਿੱਚ ਬੈਠਿਆਂ ਬਾਹਰ ਦਾ ਦੁਸ਼ਮਣ ਕੋਈ ਨਹੀਂ ਵਾਰ ਕਰ ਸਕਦਾ। ਜੇ ਅੰਦਰ ਨੂੰ ਕਮਾਈ ਵਾਲੇ ਪਾਸੇ ਲਾਣਾ ਹੀ ਤੇ ਸੰਤਾਂ ਦੀ ਸੰਗਤ, ਰੱਬੀ ਪਿਆਰਿਆਂ ਦੀ ਸੰਗਤ ਇੱਕ ਕਿਲੇ ਦੀ ਤਰ੍ਹਾਂ ਹੈ। ਇਕੱਲਾ ਜਿਤਨੀ ਮਰਜ਼ੀ ਕਮਾਈ ਕਰ ਲਈ, ਇਸ ਮਨ ਦਾ ਕੋਈ ਪਤਾ ਨਹੀਂ ਕਦੇ ਕਮਾਈ ਕਰਦੀ ਫੁਰਨਾ ਇਹੋ ਜਿਹਾ ਬਣਾ ਲੈ ਜਿਹਦੇ ਨਾਲ ਸਾਰੇ ਕੀਤੇ ਹੋਏ ਤੇ ਤਰਕ ਹੋਣ ਲੱਗ ਪਵੇ। ਰੱਬ ਦੇ ਪਿਆਰਿਆਂ ਦੀ ਸੰਗਤ ਕਰੀ, ਉਹ ਕਿਲੇ ਦੀ ਤਰ੍ਹਾਂ ਹੈ। ਉਸ ਕਿਲੇ ਵਿੱਚ ਬੈਠਿਆਂ ਹੋਇਆਂ ਨੂੰ ਕੋਈ ਤੱਤੀ ਵਾਹ ਵੀ ਨਹੀਂ ਲੱਗਦੀ। ਦੇਖ ਉਹਨਾਂ ਦੇ ਕਿਲੇ ਵਿੱਚ ਬੈਠਿਆਂ ਕਦੀ ਵਕਾਰ ਨਹੀਂ ਪਾਉਂਦੇ। ਦੂਸਰਾ ਬਚਨ ਕਿਹਾ ਕਿ 36 ਪ੍ਰਕਾਰ ਦੇ ਭੋਜਨ ਖਾਈ। ਇਹਦਾ ਭਾਵ ਇਹ ਵੇ ਕਿ ਜਦੋਂ ਤੂੰ ਕਮਾਈ ਕਰਨ ਤੁਰਿਆ ਤੇ ਨਾਮ ਦਾ ਧਰਮ ਦਾ ਇੱਕ ਸੁਭਾਅ ਹੈ ਕਿ ਇੱਕ ਕਦਮ ਵੀ ਤੁਸੀਂ ਤੁਰੋ ਤੇ ਗੁਰਮੁਖੋ ਉਸੇ ਵੇਲੇ ਇਹਦਾ ਰਿਜ਼ਲਟ ਆ ਜਾਂਦਾ ਹੈ। ਕਹਿ ਲੱਗੇ ਤੂੰ ਕਮਾਣ ਚੱਲਿਆ ਧਰਮ ਨੂੰ, ਤੇਰੇ ਭੇਖ ਨੂੰ, ਤੇਰੇ ਬਾਣੇ ਨੂੰ ਦੇਖ ਕੇ ਲੋਕ ਆਪਣੇ ਘਰ ਵਿੱਚ ਵੀ ਤੈਨੂੰ ਸੱਦਣਗੇ। ਆਪਣੀ ਜ਼ਿੰਦਗੀ ਦਾ ਮਕਸਦ ਕੇਵਲ ਪੇਟ ਭਰਨਾ ਨਾ ਬਣਾ ਲਈ, ਦਰ ਦਰ ਦੇ ਟੁਕੜਾਂ ਦਾ ਸਵਾਦ ਨਾ ਚੱਖੀ। 36 ਪ੍ਰਕਾਰ ਦੇ ਭੋਜਨ ਦਾ ਮਤਲਬ ਇਹ ਵੇ ਬੇਟਾ ਕਿ ਜਦੋਂ ਅੱਤ ਦੀ ਭੁੱਖ ਲੱਗੇ ਉਦੋਂ ਰੋਟੀ ਨੂੰ ਖਾਈ, ਤੇ ਸੱਚ ਜਾਣੀ ਉਦੋਂ ਸੁੱਕੀ ਰੋਟੀ ਵੀ 36 ਪ੍ਰਕਾਰ ਦਾ ਭੋਜਨ ਬਣ ਜਾਂਦੀ। ਧਰਮ ਕਮਾਣ ਤੁਰਿਆ ਕੇਵਲ ਜ਼ਬਾਨ ਦਾ ਰਸ, ਪੇਟ ਦੀ ਪੂਰਤੀ ਲਈ ਨਹੀਂ,
देख उदो सुक्की रोटी मिले वो बेटा 36 प्रकार दा भोजन है। तीजी मैं गल तेनू कही सोहनी सेज ते सवी ते सेज ते सौन तो भाव ये नहीं कि तू खा के केवल सुता रही। मेरे बेटे जे धर्म नू कमाने ते केवल खा के सवी ना, अत दी नींद आवे तां सवी। जदों नींद आई होवे अत दी, उदों कई वारी रोड़ां दी विछाई भी सोहनी सेज बन जाती। 3 शब्द वरते सन। संगत दे किले विच रही, भुख अत लगे ते सुक्का प्रशादा भी 36 प्रकार दे भोजन है। ते जे नींद आ जाए रोड़ां दी विछाई करी ते बेटा वो रोड़ां दी विछाई भी सोहनी सेज बन जाएगी। सतगुरु ने बाणी जदों आपां पढ़ने हैं, उन्हां ने शरीर नूं एक किला कहा, जिहड़ी बेनती करनी है कि इन्हां इंद्रियां नूं किवें आपां अंतर्मुख कर सकीए, क्योंकि यही तां सानूं दिन रात खंडांदे ने। इन्हां नूं हजूर ने दरवाजे कहे। ते देखो दरवाजा काम 2 ही करदा है। जदों आपां किसे घर दा दरवाजा लै लईए, किसे दुकान दा दरवाजा लै लईए, दरवाजे ने काम ही केवल 2 करने ने। दुआर दा सुभाव है कि बाहरों आउंदियां होइआं नूं अंदर थां दे देनी ते अंदर बैठियां होइआं नूं बाहर कढ देना। दुआर दा मतलब ही इहे कि बाहर दियां नूं अंदर लिआउणा, अंदर दियां नूं बाहर कढ देना। गुरमुखो ये असल विच दरवाजे ने। जे ये दरवाजा चाहे तां बाहर दे फुरने अंदर भी समेट सकदा है। जे रब कृपा करके चंगी सिंख संगत दे दे, अंदर दे माड़े फुरनियां नूं बाहर कढ के शुभ फुरनियां नूं भी अपने अंदर टिका सकदा है। सतगुरु ने उत्थे बाणी विच कृपा कीती है। कहन लगे इन्हां दरवाजियां ने क्यों नहीं साडे अंदर नूं टिका आउण दिता। साहिब बाबा कबीर जी दा एक शब्द हुंदा है ते उन्हां ने शब्द ही कहे ने कि सत संगत विच टेके मालक दी कृपा नाल मन पूर्ण तौर ते जित्तिया जा सकदा है। कबीर साहिब दा शब्द आउंदा है ते आपां पढ़ने आ। ओ कहन लगे कि ये शरीर एक किले दी तरह है, क्यों लीजै गढ़ बंका भाई, दोवर कोट अर तेवर खाई। शब्द उन्हां ने वरते ने। शरीर नूं किला किहा ते असल विच कई वारी जदों इस मार्ग ते आपां चलने आ, बाज़मुखी शब्द सानू बहुत चंगे लगदे ने। अंदरों जुड़न वाले पासे जदों तुरांगे ते गुरमुखो अंदर जुड़न वाले शब्द साडे अंदर नूं जरूर स्पर्श करनगे। कबीर साहब कहंदे ने शरीर एक किले दी तरह है। इस किले दे 4 चफेरे जिहड़ी दीवार है वो इटां दी नहीं, वो दवैश दी है। जदों भी बाहर तकने आ, तकदियां होइआं एक बिरती निकलदी है, ये मेरा दुश्मन है, ये मेरा मित्र है। कहन लगे तेरे तां शरीर दे किले दी दीवार ही दवैश दी बनी है ते आ जिहड़े 3 गुण माया दे ने ये मानो खाई खाई बने ने। मां मोह ईरखा दवैश ये तेरे अंदर नूं चंबड़े है। अगे फिर कबीर जी ने बड़े प्यारे बचन कहे ने। कहंदे ने उस किले ते फतेह किवें करिए, किवें आपां इहदे उत्ते काबू पा सकीए। ते कबीर जी ने शब्द वरते ने कि जदों मैं इस किले दे अंदर प्रवेश करना चाहना वां ते सब तो पहला मैनू इस किले दे दरवाजे ते काम बैठा नजर आउंदा है। शब्द उन्हां वरते ने। कहन लगे फिर इहदे विच दुख ते सुख इस तो अगे 2 नजर आउंदे ने। तीजा शब्द उन्हां वरतिआ है कि केवल दरवाजे दे उत्ते पाप ते पुण्य भी मैनू दुसदा पिआ। जदों भी असीं तकने आ, वाहिगुरू मेहर करे दे विच अत कथनी नहीं, सब तो ज्यादा अंदर दा खड़ा बंदे दी केवल कामुक बिरती ते अंदर दियां कामनावां ने। कहंदे ने इस दरवाजे ते जिथे मालक मैं अंदर प्रवेश करना चाहना कि मन कोल जाके इकाग्रता बना सकां। कहन लगे काम इस दरवाजियां दा मालक बनिया बैठा है। ते उन्हां शब्द वरते ने दुख ते सुख ये दरवाजा खोलण वाले ने, पाप ते पुण्य कहन लगे ये 2 दरवाजे बने हुए ने। ते कहंदे ने जिस थां ते मन टिके है, मन ने अपने आप नूं टिकाया है, इहदे नाल क्रोध बैठा है ते क्रोध दा सुभाव है वो कदी अंदर नूं टिकण नहीं दे दिंदा। साहिब बाबा कबीर जी ने शब्द वरते ने। कहन लगे काम किवारी, दुख सुख दरवानी, पाप पुण्य दरवाजा, क्रोध प्रधान महाबड़ दुंदर, तै मन मावासी राजा। उथे मन आकी होया बैठा है जिथे कामनी बिरती होवे, दुख ते सुख होवे, पाप ते पुण्य आ पहुंचन,
ਸਾਹਿਬ ਜੀ ਕਹਿਣ ਲੱਗੇ ਫਿਰ ਉਸ ਤੋਂ ਅੱਗੇ ਕੰਮ ਕੀ ਕਰਦਾ ਹੈ? ਇਸ ਮਨ ਨੂੰ ਕਾਬੂ ਕਰਨਾ ਕੋਈ ਇੰਨਾ ਸੁਖੈਨ ਨਹੀਂ। ਕਹਿੰਦੇ ਨੇ ਇਹਨੇ ਆਪਣੇ ਉੱਤੇ ਇੱਕ ਸੰਜੋਗ ਪਾਇਆ, ਇਹਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਟੋਪ ਵੀ ਪਾਇਆ। ਕਹਿਣ ਲੱਗੇ ਜੇ ਤੂੰ ਚੱਲਿਆ ਇਹਨੂੰ ਫਤਿਹ ਕਰਨ ਦੇ ਲਈ, ਇਹਨੇ ਆਪਣੇ ਕੋਲ ਭੱਥੇ ਵਿੱਚ ਤੀਰ ਵੀ ਰੱਖੇ ਨੇ ਤੇ ਮਨ ਨੇ ਆਪਣੇ ਮੋਢਿਆਂ ਦੇ ਉੱਤੇ ਕਮਾਨ ਵੀ ਪਾਈ ਹੋਈ। ਕਿਉਂ ਨਹੀਂ ਅੰਦਰ ਨੂੰ ਟਿਕਣ ਦਿੰਦੇ? ਕਹਿਣ ਲੱਗੇ ਜਿਹੜਾ ਜੀਭ ਦਾ ਸਵਾਦ ਹੈ ਇਹ ਮਾਨੋ ਸੰਜੋਗ ਦੀ ਤਰ੍ਹਾਂ ਹੈ। ਜੀਭ ਦਾ ਸਵਾਦ ਉੱਤੇ ਮਨ ਦੇ ਅਸਰ ਹੀ ਕੋਈ ਨਹੀਂ ਹੋਣ ਦਿੰਦਾ ਪਿਆ। ਕਹਿਣ ਲੱਗੇ ਜਿਵੇਂ ਕੋਈ ਮੈਦਾਨੇ ਜੰਗ ਵਿੱਚ ਉਤਰੇ ਤੇ ਸੰਜੋਗ ਪਾ ਕੇ ਉਤਰਦਾ ਹੈ ਕਿ ਇਹਦੇ ਉੱਤੇ ਬਾਹਰ ਦੇ ਸ਼ਸਤਰ ਵਾਰ ਨਾ ਕਰ ਸਕਣ। ਕਹਿਣ ਲੱਗੇ ਜੀਭ ਦਾ ਸਵਾਦ ਇੱਕ ਸੰਜੋਗ ਦੀ ਤਰ੍ਹਾਂ ਹੈ। ਮੈਂ ਮੇਰੀ ਦੀ ਮਮਤਾ ਆਪਣੇ ਉੱਤੇ ਮਨ ਨੇ ਤੋਪ ਪਾਇਆ ਹੈ। ਭੈੜੀ ਮਤ ਦੀ ਇਹਨੇ ਕਮਾਨ ਚਾੜੀਏ ਤੇ ਤ੍ਰਿਸ਼ਨਾ ਦੇ ਤੀਰ ਨੇ। ਅਸਲ ਵਿੱਚ ਇਹ ਅਲੰਕਾਰ ਵਰਤੇ ਨੇ ਪਰ ਹੈ ਬੰਦੇ ਦੇ ਅੰਦਰ ਦੀ ਬਿਰਤੀ। ਜੀਵ ਦਾ ਸਵਾਦ ਨਾਮ ਦਾ ਰਸ ਕਿੱਥੇ ਆਉਣ ਦੇਗਾ? ਕਦੀ ਤੱਕੀਏ ਆ ਸੰਜੋਗ ਪਾਇਆ ਸਵਾਦਾਂ ਦਾ, ਇਹ ਨਾਮ ਦੇ ਰਸ ਨੂੰ ਨੇੜੇ ਨਹੀਂ ਆਉਣ ਦਿੰਦੇ ਪਏ। ਮੈਂ ਮੇਰੀ ਦਾ ਟੋਪ ਉੱਤੇ ਪਾਇਆ, ਤੂੰ ਤੇਰੇ ਦਾ ਨਿਵਾਸ ਕਿੱਥੇ ਹੋ ਜਾਏਗਾ? ਸਾਹਿਬ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਭੈੜੀ ਮਤ ਦੀ ਕਮਾਨ ਹੈ। ਭੈੜੀ ਮਤ ਦੁਰਮਤ ਵਾਲੇ ਪਾਸੇ ਜਾਏਗੀ, ਭੈੜੀ ਮਤ ਗੁਰਮਤ ਵੱਲ ਨਹੀਂ ਆਉਣ ਦੇਗੀ। ਕਹਿਣ ਲੱਗੇ ਤ੍ਰਿਸ਼ਨਾ ਦੇ ਤੀਰ ਨੇ, ਜਿਤਨਾ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ ਤ੍ਰਿਸ਼ਨਾ ਸਾਡੇ ਅੰਦਰ ਨੂੰ ਦਿਨ ਰਾਤ ਖਿੰਡਾਂਦੀ। ਸਾਹਿਬ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਪਿਆਰੇ ਕਿ ਕਾਮ ਕਿਵਾਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ क्रोध प्रधान महाबदुंदर तय मन मावासी राजा स्वाद सना तोप ममता को कबुत कमान चढ़ाई तिश्ना तीर रहे घट भीतर इं गढ़ दियो न जाई जिदे कुल कबुद्ध होवे जिस दे कोल भैड़ी मत जिस कोल स्वाद जिदे कुल ममता होवे इस तरीके नाल शरीर किले नूं जित्तिया नहीं जा सकदा इं गढ़ लियो न जाई। फिर अगे देखो ना जिहड़े शब्द कहे ने कहते ने जदों मैं सतगुरु की संगत विच गया ते मैनू एक गल की समझ पै गई जे अपने अंदर नू फतेह करना है ते इन्हां बिरतियां दे नाल गुरमत की सेध लै ते तू इन्हां दा मुकाबला कर सकेगा। पुछया महाराज किवें? उत्थे फिर उन्हां ने बचन कहे ने। कहते ने सतगुरु ने पहला शब्द वरतिया, कहन लगे देख कि जदों अंदर फतेह ना होवे दुश्मन नेड़े ना ढुकण देवे ते पहला काम हुंदा दुश्मन नूं फतेह करन दे लई दूरों वार कीता जाए, नेड़े जाके जमीनी लड़ाई नहीं। अज भी तुसीं देखदे हो कि जंग लड़न दे तरीके ये ने कि जिस नूं भी काबू करना होवे जमीन विच लड़ाई, जमीनी लड़ाई तो पहला हवाई मार कीती जांदी है कि तां जमीन दे उत्ते तुरिया जा सके। मेरे सतगुरु ने शब्द वरते ने। कहन लगे जे मन दी धरती नूं किले नूं फतेह करना ही ते दूर रह के एक वार करन दी जाच सीखी, ओह है तेरे कोल मालिक ने तेनू एक तोप दिती। महाराज वो तोप केड़ी? कहन लगे आ जितनियां भी तोपां ने इन्हां दी कोई रेंज है, कोई 2000 मील तक जा सकदी है सजना, कोई 5000 मील तक जा सकेगी। पर रब ने एक तेनू इहो जी सुरत तोप दिती है कि करोड़ां जन्मां दे विछड़े होए नूं भी जे सुरत किते साईं दे घर भी चले ਤਾਂ ਤੈਨੂੰ ਇਸ ਸੰਸਾਰ ਤੋਂ ਲਿਜਾ ਕੇ ਨਿਰੰਕਾਰ ਦੇ ਘਰ ਤੱਕ ਪਹੁੰਚਾ ਸਕਦੀ ਹੈ। ਸੁਰਤ ਦੀ ਇੰਨੀ ਸਮਰੱਥਾ ਹੈ, ਸੁਰਤੀ ਵਿੱਚ ਇੰਨੀ ਕੁ ਤਾਕਤ ਹੈ ਕਿ ਇਹਨੂੰ ਮਿਟ ਨਹੀਂ ਸਕਦੇ ਕਿ ਸੁਰਤ ਦੀ ਮਾਰ ਕੇਵਲ ਇੱਥੋਂ ਤੱਕ ਹੈ। ਦੇਖੋ ਆਪਾਂ ਹੁਣ ਬੈਠੇ ਹਾਂ ਸੰਗਤ ਵਿੱਚ, ਸੁਰਤ ਦੀ ਖੇਡ ਕਿੰਨੀ ਹੈ, ਕਿੰਨੀ ਤਾਕਤਵਰ ਹੈ। ਜੇ ਕਿਤੇ ਸੰਗਤ ਵਿੱਚ ਢਲ ਕੇ ਇਸ ਸੁਰਤ ਨੂੰ ਸ਼ਬਦ ਵਾਲੇ ਪਾਸੇ ਜੋੜਨ ਦੀ ਜੁਗਤ ਆ ਜਾਏ, ਸੁਰਤ ਇੱਕ ਖਿੰਨ ਦੇ ਅੰਦਰ देखो सब तो तेज रोशनी है, सब तो तेज इस शब्द पवन वरतने पर सुरत इन्नी को तेज है कि रोशनी नू ते पवन नू एदी रफ्तार नू भी पिछे छड़ जाती है। सतगुरु कहते ने एक खिन दे अंदर ये 4 कुंट घूम के 10 दिशावां तो फिर के फिर वापस आ जाती है। सुरत जिन्नी समर्था किसी होर कोल नहीं। कबीर साहब कहते ने मन नू जितन दी गल गुरु की संगत विचों सीखी। उन्हां कहा अपनी सुरत नू एक तोप की तरह बना। देख पहला सुरत जदों हवाई बनाते सन ते उस तोप नू पलीता लाया जाता सी। कहंदे ने ये अग तृष्णा दी ना होवे, ब्रह्म अगन लवी
प्रेम नू पलीता बनाई, सुरत नू तू खवाई बनाई, ते इहदे विच बरूद अपनी मर्जी दा नहीं, सुरत विच गुरु दे ज्ञान दा बरूद पाई। ते जे किते पूर्ण तौर ते टिका आ गया ते कई जन्मां दे इस मन नू इन्हां वकारां ने काबू कीता है, ते गुरु की तोप, गुरु की दिती हुई सुरत, ओहदे ज्ञान दा एक गोला इस किले नू तहस नहस करके रख सकदा है। पर यह गल संगत विचों समझ पैगी। कबीर जी ने शब्द वरते, प्रेम पलीता सुरत हवाई, गोला ज्ञान चलाया, सुरत नू हवाई बना के, सुरत नू तोप बना के, जे किते गुरु कृपा करे कि इस अंदर पूर्ण तौर ते टिका आ सके। टिकण दा ना कारण भी मैं बेनती कीती है कि सब तो पहली गल कि मन की मलीनता ही मन नू टिकण नहीं जे दिंदी। जिथे मलीनता है उथे टिका नहीं, जिथे निर्मलता ही शुद्धता है सच जानो, उथे बदो बदी अपने आप नाम चलदा है। कबीर साहब ने 2 श्लोक कहे ने अमृत बाणी विच, कई बारी आपने वो पवित्र बचन सरवण कीते ने। कबीर जी दे श्लोक ने कहंदे ने मनुख अपने अंदर दी मलीनता नू दूर करन दे लई तीर्थ इशनान करन तुरे है। देखो वो रह सारी जिंदगी बनारस गंगा दे किनारे उस साधु दा जीवन पढ़ने हैं, बनारस दे गंगा दे किनारे बैठे ते तीर्थ इशनानियां नू शब्द कहंदे सन कि जिस तरीके नाल तुसी अपने अंदर दी मलीनता साफ करनी चाहते हो, कहंदे ने इस गंगा विच नहाउण नाल कदी अंदर नू पवित्रता नहीं मिल सकती। मैं बेनती कर लगा, जदों अंदर निर्मलता ही आ जाए ते बदो बदी अंदर नाम चलेगा, अंदर शब्द धसेगा। जिन्नी देर तक मलीनता है उन्नी देर तक असर नहीं हुंदा। ते देखो संगत विच आपां जुड़ने आ, गुरमुख प्यारे कहंदे सन गुरु ग्रंथ साहिब दी टेक लैके कि नाम 5 कर्म करदा है। शायद इसे बेनती भी कीती सी, नाम ओही रहना है ते 5 काम नाम की करदा है। वो कहंदे सन बाणी दी टेक लैके पहली गल कि नाम साडे अंदर दी मलीनता नू दूर करदा है। दूजा बचन करदे सन कि नाम साडे अंदर दी इकाग्रता सानू दिंदा है। तीजा बचन करदे सन कि वो नाम ही साडे अंदर दा रस बन जांदा है। चौथा बचन करदे सन बाणी विचों कि वो नाम ही साडे रोम रोम विच रच जांदा है। ते पंजवां बचन करदे सन ये नाम ही है जिहड़ा सानू संसार तो चुक के नामी दे विच अभेद कर दिंदा है। बाणी नू पढ़ो, देखो 5 कर्म वैसे तां बेअंत रहमतां ने नाम विच, पर वो समझाण लई साडे शब्दां विच 5 गल्लां कहंदे सन भाई साहब भाई वीर सिंह। पहला शब्द वरदे सन कि मन अंदर दी मलीनता केवल नाम ही दूर करदा है। ते प्रमाण देने करने कि भरिया मत पापां कै संग, ते इनू धोण दा वसीला की है, कहन लगे ओ धोप है नामै कै रंग। जदों मलीनता खत्म होवे ते गुरमुखो कुदरती तौर ते मन अपने आप ही टिक जांदा है। मन दे फुरने मरनगे अपने आप टिकिया। एक उदाहरण दिती सतगुरु ने बाणी विच, कहंदे ने देखो सोने विच मैल होवे ना ते जितना मर्जी कोई यतन करे कि कुठाली विच पा के सोने नू टिका लीए, मैला सोना जदों कुठाली थल्लिओ अग दा सेक लगदा है वो टिकदा नहीं, 4 चफेरे कुठाली दे दौड़दा है। उस सोने दे विचों आवाज भी तिड़कन दी आउंदी है, पर कहंदे ने ज्यों ज्यों अग कुठाली थल्ले बलदी है सोने दी मैल अग नाल सड़दी है ते ओही सोना जिहड़ा कुठाली विच भजदा है ना अपने आप ही पूर्ण तौर ते टिक जांदा है। गुरमुखो अंदर दा खंडा केवल मलीनता है। सतगुरु ने बाणी विच कहा, कहंदे ने देख मना जदों तू अभ्यास करदियां इस फुरने नू भी किते रंचक मात्र अंदर आ गया, ये मेरा दुश्मन है ये मेरा मित्र है, कहंदे ने एक फुरने तेरे किन्ने घंटियां दे अभ्यास नू खंडा बना के रख दिंदा है। सतगुरु ने शब्द वरते ने जब लग धारै को बैरी मीत तब लग निश्चल ना ही चीत। अंदर टिकना किथे वे। वो कहंदे सन पहली गल कि मन जिहड़ा है इहदी मलीनता नाम ने दूर करनी, अभ्यास ने दूर करनी, शब्द जिहड़ा वो साडे अंदर नू मलीनता नू खोएगा। दूजा बचन कि अंदर नू इकाग्रता देगा। ते जिहड़ी बेनती मैं आप जी दे समक्ष करनी चाहना कि सोना कुठाली विच मैला पिया होवे ते तिड़कदा दौड़दा है,
मैल सड़ जाए ते टिक जाता है। सतगुरु ने बाणी भी शब्द कहे ने, जो कनको कोठारी चढ़ियो कबरो होत फिरै। सतगुरु गुरु अर्जुन देव जी कहते ने जिवें कोठाली विच पिया होया सोना कबला होया फिरदा, चार चफेरे दौड़ता है। जब ते शुद्ध भै है 12 तब ते थान थिरो। जदों ओदी मैल सड़ गई फिर अपने आप ही जिहड़ा है वो टिक जाता है। कई बार असीं कहने मन टिकदा नहीं, ते वो कहंदे सन ये देख तू ये देखिया करके मन की मलीनता किवें खत्म होनी। पहली गल नाम अंदर दी मैल धोंदा है, दूसरी किरपा नाम करदा है अंदर नूं पूर्ण तौर ते टिका दिंदा है। ते केवल एक खुश्क नहीं, पहला जरूर लगता है कि एक शब्द ही आपां दोहराई जाने आ, अकदा भी है थकदा भी है, कई तरह के फुरने बनांदा है। तीजा बचन कहंदे सन एक दिन देखी ये नाम ये शब्द तेनू आपे वल खिंचेगा ते यही शब्द तेरी जिंदगी का रस बन जाएगा, यही नाम तेरा रस बनेगा। ते चौथा बचन करदे सन केवल रस नहीं, ये नाम तेरे रोम रोम विच तस जाएगा, ये नाम तेरे एक एक रोम विचों आवाज देगा। पंजवां बचन सी कि नाम ही ऐसा है जिहड़ा मलीन हिरदे नूं स्वश करके रस दे के उस नामी दे विच अभेद कर दिंदा है। जिहड़ी बेनती मैं कर रहा सा, देखो नाम एक ऐसा है जिहड़े साडे अंदर नूं पूर्ण तौर ते टिकांदा है। कबीर जी ने 2 श्लोक कहे, रहो सारी जिंदगी गंगा दे कंढे पर ओ नाम रसीए, शब्द दे अभ्यासी नाम नूं जपण वाले। उत्थे बैठे एक शब्द उन्हां वरतिया, कहन लगे लोको नहाण वास्ते बड़े तीर्थ लभ जाणगे, पूजा वास्ते पत्थर दियां मूर्तियां बड़ियां लभ जाणगियां, पर कहंदे ने एक गल मेरी जेहन विच बिठा लिओ, अंदर दी शुद्धता नाम तो बिना नहीं आ सकती। उन्हां बचन कीते ने कि शब्द असीं पढ़ने आ, नामन को तीर्थ घणे मन बौरा रे। कहंदे ने बौरिया मना नहाण वास्ते तीर्थ कोई थोड़े ने, नामन को तीर्थ घणे मन बौरा रे, पूजन को बहु देव। कहन लगे कहो कबीर छूटन नहीं मन बौरा रे, छूटन हर की सेव। उथे बैठे महापुरुष कह रहे ने, कहन लगे प्यारे कि देख अंतर मैल जे तीर्थ नावै, तिस बैकुंठ ना जाना, लोक पतीना कछु ना होवै, ना ही रामे आना। एक पासे बाहर दे इशनान तो वर्जदे ने, ਇਹਦਾ मतलब ये नहीं कि सिख ने इशनान नहीं करना। कहन लगे केवल इशनान करें, अंदर दी शुद्धता लिए गल नहीं। पूजो राम एक ही देवा, साचा नावण गुर की सेवा। उन्होंने शब्द वरते ने, छुट सकने हर की सेवा गुर की सेवा। उसे गंगा दे किनारे बैठे महापुरुष ने शब्द कहे सन, कहन लगे कबीर गंगा तीर जो घर करें, पीवे निर्मल नीर, बिन हर भगत ना मुक्त हुए, इऊं कह रमै कबीर। तवज्जो दिओ जिहड़ी बेनती कर लगा, जिन्नी देर तक मलीनता है अंदर पूर्ण तौर ते खिंडिया रहेगा। कबीर जी कहते ने जदों मन निर्मल हो गया फिर अंदरों आवाज देन दी, बाहरों आवाज देन दी लोड़ नहीं। उन्होंने शब्द चुने ते कई बारी असीं सोचने आ कि शायद रब उन्हां दे पिछे दौड़दा पिया। एक महापुरुष ने अर्थ कीते ने कि कबीर मन निर्मल भया जैसे गंगा नीर। देखो शब्द वरते ने कि गंगा दे पानी की तरह पवित्र हो गया, ਇਹਦਾ मतलब कि वह निर्मल पानी है। ता शब्द वरते पाछा लागो हर फिरै, कहत कबीर कबीर। ਇਹਦਾ भाव वो करते ने, कहते ने पहला मलीन मन सी, रब नूं आवाज़ां मारदा सां ते टिका नहीं सी आउंदा, हुण इन्ना टिका आ गया है कि थोड़ा जिहा टेक के बहना ते अंदरों कबीर कह के रब आवाज़ां पिया मारदा है। जदों निर्मलता ही आ जाए अदों अपने आप साईं दी आवाज़ सुनाई देगी, उदों अपने आप बचन कहणगे। हजूर ने कृपा कीती, जिहड़ी बेनती कर लगा वां, कहंदे ने सतगुरु ने एक सुरत दी दात दित्ती है, किते सुरत तेरी विच निर्मलता ही जे लियाउणी आ, सुरत नूं एक तोप बना, गुरु दे बख्शे होए ज्ञान नूं बारूद बना, प्रेम दा पलीता लाई, क्योंकि प्रेम तो बिना नहीं, प्रेम दा पलीता लाई। फिर अगला बचन उन्हां कीता, प्रेम पलीता सुरत हवाही। कहन लगे गोला ज्ञान चलाया, ब्रह्म अगन सहजे परजाली, एक चोट सजाया। जेड़ा मन अगे तृष्णालू सी, जेड़ा मन अगे झूठ बोलदा सी, कहंदे ने जदों नाम दा अभ्यास कीता
ਹੁਣ दो मेरे कोल बड़े वड्डे गुण आ गए, मन नूं फतेह करन दे किहड़े? कहण लगे एक सी सत ते दूजा सी संतोख। सत संतोख लै लरने लागा, तोरे दोए दरवाजा। साध संगत जिहड़ी मैं बेनती करनी सी कि अंदर जे टिकना है ते सत संगत विच बैठ के साध संगत अर गुर की कृपा ते पकड़ियो गढ़ को राजा। एक साध संगत ते दूसरी गुरु दी कृपा। कहंदे ने मन राजे नूं पकड़िया, साध संगत अर गुर की कृपा ते पकड़ियो गढ़ को राजा। भगवत भीर शक्त सिमरन की, कटी काल पै फांसी। रब दी बंदगी करन वालियां दा इकट्ठ। इत्थे भीड़ दा अर्थ दुनियावी भीड़ नहीं। देखो जदों बंदगी करन वालियां दा इकट्ठ होवे, बाबा रविदास जी ने तां बचन ही कीते ने। आसा राग विच एक शब्द आ पढ़दे हो, कहंदे ने मैं साईं नूं पुछया कि जे साकार रूप विच तेरे ददार पाने होण ते मैनूं दसो तुसीं रहिंदे किथे हो? साकार रूप विच जे तकना होवे ते तुसीं किथे हो? बाणी तो बाहर नहीं। उत्थे रविदास जी ने शब्द कहे ने, कहन लगे तू शरीर भी देखना चाहना है ते मेरे जीवन नूं भी देखना चाहना है? कहन लगे हाँ। कहंदे ने असल विच जो पूर्ण तौर ते अंदरों नाम नाल ओत पोत है, कहंदे ने ओ संत ही मेरा तन ही। देखो अर्थां विच कोई हेरा फेरी नहीं, ये नहीं भी आपां अरसे ते अपनी मर्जी नाल करिए। कहन लगे संत तुझी तन, हे मालक साकार रूप विच बंदगी करन वाले तेरा अपना तन ने, उन्हां दा शरीर तेरा अपना शरीर है। यही कारण कि जदों किसे दे अंदर नाम टिक जाए वो साकार रूप विच रब दा रूप हुंदा है, ते जदों किसे अंदर गुरु दा शब्द टिक पवे ते गुरु जी कहंदे ने जे ओनू दर्शन करेगा ओदे सच जाणियो गुरु दे दीदार हो जाणगे। सेवक विचों रब दिसदा है, सिख विचों गुरु दिसदा है। शब्द वरते ने उन्हां, कहन लगे संत तुझी तन, संत तेरा अपना शरीर ने। अगला बचन कीता मेरे प्राण किथे ने? संगत प्राण, उन्हां दी संगत जिथे होवे उथे मेरे प्राण ने। संत तुझी तन संगत प्राण, सतगुर ज्ञान जानै संत देवा देव। सतगुरु जी दे ज्ञान नाल समझ पईए कि वो संत वो करनी वाले जिहड़े ने वो प्रकाश रूप वाहिगुरू नाल ओत पोत ने। इन्हां गुरमुखां दी संगत बारे सतगुरु ने एक शब्द वरते है, धनासरी राग असीं पढ़ने हैं। उस शब्द दियां अखीरलियां जिहड़ियां तुकां ने ना, वैसे तो शब्द आप सब नूं कंठ होना है, बड़ी वारी पढ़िया होना है। अखीरली तुक अक्सर अपने घरां विच जदों असीं कीर्तन कथा कोई प्रोग्राम कराइए ते कहने शब्द जरूर पढ़ो, जो मांगै ठाकुर अपने ते सोई सोई देवै। देखो इस शब्द दियां अखीरलियां तुकां बिल्कुल स्पष्ट ने कि जो अपने ठाकुर दर ते मालक तो कोई मंगदा है, मालक वो कुछ उहनूं देंदा है। अगली तोके कि नानक धन गुरु पंचम पिता फरमाउंदे ने, दास मुख ते जो बोले, दास दर ते गुरमुख, दास दर ते बंदगी करन वाला, दास दर ते संत। कहन लगे नानक दास मुख ते जो बोले इहां उहां सच होवे। हुण महाराज दास कौन? मैं भी शब्द अपने लिए वरत लांगा, मैं संगत दा दास हाँ जी। आपां शब्द बड़ी छेती कहांगे, आपां दास हाँ। मेरे सतगुरु ने जेड़ा दास दी पदवी ते पहुंचदा है ਉਹਦੇ ਉੱਤੇ ਪਹਿਲਾਂ सतगुरु कहते ने तीन रहमतां हुंदियां ने, उस शब्द विच ही दित्तियां ने। महाराज केड़ियां तीन रहमतां? कहते ने जिहदी आवाज़, जिहदा शब्द इत्थे ते उत्थे सच है ना, पहली ਉਹਦੇ ते किरपा हुंदी है। उस दास दे सिर उत्ते मेरे वाहिगुरू दा अपना हथ हुंदा है। ये नहीं कि मालिक ने घर चंगा दे दिता, पदवी दे दिती, धन पदार्थ दे दिते ते कह दिता जो मंगिया सी गुरु ने दे दिता। नहीं गुरमुखो, असली दास होवे पहले शब्द दियां तीन गल्लां नूं भुलिए ना कि ओहदे सिर उत्ते मालिक दा खत हुंदा है। दूजा दास होवे जिहदे उत्ते सतगुरु की किरपा कटाक्ष नजरे कर्म हुंदी है। ते तीजा दास होवे जिन्नू कुट के मालिक अपने गले न ला लेंदा है। जिहदे कोले तीन रहमतां होण, वो जो जबान तो बोले वो सच है। साहब ने शब्द वरते ने, ये जरूर तो अखीरली पढ़ने हैं, पर दास मैं कई बारी बेनती उत्थे भी करना हुन्ना कि देखो जदों कोई सुख मिलदा है, सवेरे गुरु घर गुरु साहब दे चरण पवाए,
ਕੀਰਤਨ ਕਥਾ ਹੁੰਦਾ ਹੈ ਤੇ ਜਿਸ ਅਸਥਾਨ ਤੇ ਸਵੇਰੇ ਗੁਰੂ ਜੀ ਦੇ ਚਰਨ ਪੈਂਦੇ ਨੇ, ਉਥੇ ਸਥਾਨ ਤੇ ਜਿੱਥੇ ਸ਼ਬਦ ਪੜਿਆ ਗਿਆ ਹੈ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਸ਼ਾਮ ਨੂੰ ਉੱਥੇ ਨਸ਼ੇ ਦੇ ਦੌਰ ਚੱਲ ਪੈਂਦੇ ਨੇ। ਫਿਰ ਸੋਚੀਦਾ ਮਨਾ ਕਿ ਇਹ ਜਿਹੜਾ ਸ਼ਬਦ ਸਵੇਰੇ ਪੜਿਆ ਗਿਆ ਕਿ ਜੋ ਮੰਗੈ ਠਾਕੁਰ ਆਪਣੇ ਤੇ, ਕਿ ਉਸ ਠਾਕੁਰ ਨੇ ਇਹ ਤੇ ਨਹੀਂ ਕਿਹਾ ਕਿ ਮੇਰਾ ਸਰੂਪ ਜਾਣ ਤੋਂ ਬਾਅਦ ਇੱਥੇ ਨਸ਼ੇ ਦੇ ਪਿਆਲੇ ਛਲਕਣਗੇ। ਨਹੀਂ, ਐਵੇਂ ਸ਼ਬਦ ਭੁਲੇਖੇ ਨਾਲ ਦਾਸ ਨਾ ਵਰਤੀਏ। ਦਾਸ ਤਾਂ ਉਹ ਵੇ ਜਿਹਨੂੰ ਕਹਿੰਦੇ ਨੇ ਚਤੁਰ ਦਿਸ਼ਾ ਕੀਨੋ ਬਲ ਆਪਣਾ, ਤੇਰੀ ਤਾਕਤ ਤਾਂ 4 ਦਿਸ਼ਾਵਾਂ ਵਾਲੀ ਏ, ਪਰ ਜਿੱਥੇ ਤੇਰਾ ਦਾਸ ਹੈ ਨਾ ਉੱਥੇ ਤੇਰਾ ਸਿਰ ਉਹਦੇ ਹੱਥ, ਤੇਰਾ ਹੱਥ ਉਹਦੇ ਸਿਰ ਤੇ ਹੁੰਦਾ। ਹੁਣ ਕਹਾਂਗੇ ਪ੍ਰਮਾਤਮਾ ਦਾ ਬਲ ਤੇ ਸਾਰੀਆਂ ਥਾਵਾਂ ਤੇ ਵੇ, ਤੇ ਉਹਦੇ ਸਿਰ ਉੱਤੇ ਹੱਥ ਕਿਵੇਂ? ਗੁਰਮੁਖੋ, ਪਾਣੀ ਤਾਂ ਧਰਤੀ ਦੇ ਥੱਲੇ ਜ਼ਰੂਰ ਮਿਲੇਗਾ, ਪਰ ਚੇਤੇ ਰੱਖੋ ਪ੍ਰਗਟ ਹੋਣ ਵਾਲੀਆਂ ਥਾਵਾਂ ਟਾਵੀਆਂ ਟਾਵੀਆਂ ਹੁੰਦੀਆਂ ਨੇ। ਜਿੱਥੇ ਪ੍ਰਗਟ ਹੋਏ ਬਲ ਤਾਂ ਮਾਲਕ ਦਾ ਸਾਰੀ ਧਰਤੀ ਤੇ ਵਰਦਾ ਹੈ, ਪਰ ਜਿਹੜੇ ਕਿਰਪਾ ਵਾਲੇ ਨੇ ਉਹਨਾਂ ਦੇ ਸਿਰ ਉੱਤੇ ਉਹਦਾ ਹੱਥ ਹੁੰਦਾ ਹੈ। ਦੂਜੀ ਬੇਨਤੀ ਕਿ ਜੇ ਹੱਥ ਹੁੰਦਾ ਹੈ ਤੇ ਉਹਨਾਂ ਉੱਤੇ ਕਿਰਪਾ ਕਟਾਕਸ਼ ਵੀ ਕਰਦਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਧਾਰਿਓ। ਸਿਰ ਉੱਪਰ ਕਰ ਹੋਵੇ, ਕਿਰਪਾ ਕਟਾਖ ਹੋਵੇ, ਤੇ ਤੀਜੀ ਬਖਸ਼ਿਸ਼ ਹਜ਼ੂਰ ਨੇ ਕਹੀਏ ਖਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟਾ, ਦਇਆਲ ਪੁਰਖ ਬਖਸ਼ੰਦ। ਆਪਣੇ ਕੰਠ ਨਾਲ ਲਾਇਆ ਹੋਵੇ, ਕਿਰਪਾ ਕਟਾਕਸ਼ ਕੀਤੀ ਹੋਵੇ, ਤੇ ਸਿਰ ਉੱਪਰ ਕਰ ਧਾਰਿਓ, ਤੇ ਉਹਦੇ ਸਿਰ ਉੱਤੇ ਮਾਲਕ ਦਾ ਹੱਥ ਹੋਵੇ। ਗੁਰਮੁਖੋ ਸੱਚ ਜਾਣੋ, ਉਹ ਰੱਬ ਦੀ ਬੰਦਗੀ ਕਰਨ ਵਾਲਾ, ਉਹ ਸਿਮਰਨ ਵਿੱਚ ਓਤ ਪੋਤ ਹੋਇਆ, ਜੋ ਆਪਣੀ ਰਸਨਾ ਤੋਂ ਕਹਿੰਦਾ ਹੈ ਫਿਰ ਉਹਦਾ ਅਸਰ ਦੂਜੇ ਤੇ ਹੁੰਦਾ ਹੈ। ਉਸ ਗੁਰਮੁਖ ਦੀ ਜਦੋਂ ਆਪਾਂ ਸੰਗਤ ਕਰਾਂਗੇ ਤੇ ਸਤਿਗੁਰੂ ਕਹਿੰਦੇ ਨੇ ਆਪਣੇ ਤੇਰੇ ਅੰਦਰ ਦੀ ਮਲੀਨਤਾ ਨਸ਼ੇਗੀ। ਹੁਣ ਬਾਣੀ ਦੇ ਬਚਨ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਦੇਖਣ ਦੇ ਨਾਲ ਅੰਦਰ ਦਵੈਸ਼ ਪ੍ਰਗਟ ਹੁੰਦੀ ਏ, ਇੱਕ ਉਹ ਨੇ ਜਿਨ੍ਹਾਂ ਦੇ ਕੋਲ ਬੈਠਿਆਂ ਸਕੂਨ ਮਿਲਦਾ ਹੈ। ਦੇਖੋ ਸਤਿਗੁਰੂ ਨੇ ਦੋਨੋਂ ਤਰ੍ਹਾਂ ਦੇ ਪ੍ਰਮਾਣ ਬਾਣੀ ਵੀ ਦਿੱਤੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਦੇਖਦੇ ਆ ਤੇ ਡਰ ਲੱਗਦਾ ਅੰਦਰ ਖਿੰਡ ਨਾ ਜਾਏ, ਇੱਕ ਉਹ ਨੇ ਜਿਨ੍ਹਾਂ ਦੇ ਦਰਸ਼ਨਾਂ ਦੀ ਤਾਂਗ ਲੈ ਕੇ ਬੈਠੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਐਥੇ ਦੁੱਖ ਘਨੇਰਿਆਂ, ਅੱਗੇ ਠੌਰ ਨਾ ਠਾਉ। ਤੇ ਜਿਹੜੇ ਟਿਕੇ ਨੇ ਉਹਨਾਂ ਬਾਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਹੈ, ਕਬੀਰ ਸੰਤ ਕੀ ਗੈਲ ਨਾ ਛੋੜੀਐ, ਮਾਰਗ ਲਾਗਾ ਜਾਉ, ਅਗਲੀ ਤੋਕੈ ਪੇਖ ਤਿਖੀ ਪੁਨੀਤ ਹੋਏ। ਉਹਨਾਂ ਦੇ ਦਰਸ਼ਨ ਕਰਦਿਆਂ, ਉਹਨਾਂ ਨੂੰ ਵੇਖਣ ਦੇ ਨਾਲ ਅੰਦਰ ਦੀ ਜਿਹੜੀ ਇਹ ਮਲੀਨਤਾ ਉਹ ਆਪਣੇ ਆਪ ਹੀ ਚਲੀ ਜਾਂਦੀ ਹੈ, ਅੰਦਰ ਨਿਰਮਲਤਾ ਹੀ ਆਉਂਦੀ ਹੈ। ਪੇਖ ਤਿਖੀ ਪੁਨੀਤ ਹੋਏ, ਭੇਟਤ ਜਪਿਐ ਨਾਉ, ਉਹਨਾਂ ਦੇ ਕੋਲ ਬੈਠ ਆਪਣੇ ਅੰਦਰ ਨਾਮ ਚੱਲਦਾ ਹੈ। ਜਿਹੜੀ ਬੇਨਤੀ ਕਰ ਰਿਹਾ ਸਾਂ, ਸਤ ਸੰਗਤ ਐਸੀ ਏ ਜਿਹੜੀ ਸਾਡੇ ਅੰਦਰ ਨੂੰ ਟਿਕਾ ਦੇ ਸਕਦੀ ਏ। ਸਤ ਸੰਗਤ ਐਸੀ ਏ ਜਿਹੜੀ ਮਨ ਦੇ ਫੁਰਨੇ ਮਿਟਾ ਸਕਦੀ ਏ। ਸਤ ਸੰਗਤ ਹੀ ਇੱਕ ਐਸੀ ਏ ਜਿਹੜੀ ਸਾਡੇ ਅੰਦਰ ਨੂੰ ਨਾਮ ਦਾ ਰਸ ਦੇ ਸਕਦੀ ਏ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਬੇਨਤੀ ਕਰ ਰਿਹਾ ਸਾਂ, ਭਗਵਤ ਭੀੜ, ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਇਕੱਠ, ਸ਼ਕਤ ਸਿਮਰਨ ਕੀ ਤੇ ਸਿਮਰਨ ਦੀ ਤਾਕਤ ਨੇ। ਇੱਕ ਸੰਗਤ ਹੋਵੇ ਤੇ ਸਤ ਸੰਗਤ ਹੈ ਹੀ ਉਹ ਜਿਹਦੇ ਵਿੱਚ ਕੇਵਲ ਨਾਮ ਚੱਲਦਾ ਹੋਵੇ। ਜਿਹਨੇ ਬੰਦਗੀ ਕੀਤੀ ਉਹਨਾਂ ਦੀ ਇੱਕ ਖਿਣ ਦੀ ਸੰਗਤ ਵੱਡੇ ਵੱਡੇ ਪਾਪੀ ਹਿਰਦਿਆਂ ਨੂੰ ਵੀ ਤਬਦੀਲ ਕਰਕੇ ਚਲੀ ਗਈ। ਉਹਨਾਂ ਦੇ ਕੋਲ ਬੈਠਿਆਂ ਦਾਤਾਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਜੇ ਉਦਾਹਰਨਾਂ ਦਿੱਤੀਆਂ ਨੇ ਤੇ ਕੇਵਲ ਇਹ ਕਹਿਣ ਮਾਤਰ ਫਲਸਫਾ ਨਹੀਂ, ਇਹ ਸਿਧਾਂਤ ਕੇਵਲ ਵਿਆਖਿਆ ਤੱਕ ਸੀਮਤ ਨਹੀਂ, ਇਹ ਅਮਲੀ ਅਸਲ ਵੀ ਜੀਵਨ ਹੈ। ਜਿਨ੍ਹਾਂ ਨੇ ਜੀਵਨ ਕਮਾਏ ਉਹਨਾਂ ਦੀ ਸੰਗਤ ਨੇ ਦੂਸਰਿਆਂ ਨੂੰ ਪਲਟਿਆ। ਕਦੀ ਦੇਖੋ, ਮੈਂ ਬੇਨਤੀ ਕਰਾਂ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਵੈਸਾਖੀ ਦਾ ਪੁਰਬ ਆ ਰਿਹਾ ਤੇ ਪਹਿਲਾਂ ਵੀ ਅਸਲ ਵਿੱਚ ਇਹ ਪੁਰਬ ਜਿਹੜਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਵੇਲੇ ਤੋਂ ਮਨਾਉਣਾ ਆਰੰਭ ਹੋ ਗਿਆ ਸੀ। 261 ਸਾਲ ਵਿੱਚ ਇਹ ਕਰਦੇ ਸਨ। ਸਤਿਗੁਰੂ ਜੀ ਨੇ ਆਰੰਭ ਕੀਤੇ। ਆਪ ਜੀ ਨੂੰ ਗਿਆਤ ਹੋਵੇ ਇਹ ਭਾਈ ਪਾਰੋ ਪਰਮਹੰਸ ਜਿਨ੍ਹਾਂ ਨੂੰ ਪਦਵੀ ਮਿਲੀ ਸੀ, ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਮਿਲਦੇ ਤਾਂ ਹਾਂ ਪਰ ਕਦੀ ਕੋਈ ਗੁਰੂ ਸੰਗਤ ਵਿੱਚ
ਤੁਹਾਡੇ ਦਰਬਾਰ ਵਿੱਚ ਸਾਲ ਵਿੱਚ ਕਦੀ ਕੋਈ ਵੱਖਰੇ ਵੱਖਰੇ ਸਮੇਂ ਤੇ ਆਉਂਦਾ ਹੈ, ਇਹੋ ਜੀ ਮਿਹਰ ਕਰੋ ਕਿ ਸਾਲ ਵਿੱਚ 2 ਵਾਰੀ ਸਾਰੀ ਸੰਗਤ ਆਪ ਦੇ ਚਰਨਾਂ ਵਿੱਚ ਮਿਲ ਬੈਠੇ। ਦਾਤਾ, ਤੇਰੇ ਦਰ ਤੋਂ ਨਾਮ ਰਸੀਆਂ ਭਿੱਜੀਆਂ ਹੋਈਆਂ ਰੂਹਾਂ ਦੇ ਦੀਦਾਰ ਹੋਣ। ਹਜ਼ੂਰ ਨੇ ਭਾਈ ਪਾਰੋ ਪਰਮਹੰਸ ਦੇ ਕਹਿਣ ਤੇ ਇੱਕ ਵੈਸਾਖੀ ਦਾ ਪੁਰਬ ਤੇ ਦੂਸਰਾ ਦੀਵਾਲੀ ਤੇ ਇਕੱਠ ਹੋਣ ਲੱਗਾ। ਇਹਨੂੰ ਫਿਰ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਲੈ ਕੇ ਸਰਬੱਤ ਖਾਲਸੇ ਦਾ ਨਾਮ ਦਿੱਤਾ ਸੀ। ਸਾਲ ਵਿੱਚ 2 ਵਾਰੀ ਇਕੱਠ ਹੋਣਾ ਉਸ ਗੁਰੂ ਕਲਗੀਧਰ ਜੀ ਜਿਨ੍ਹਾਂ ਦੀ ਨਜ਼ਰ ਵਿੱਚ ਅੰਮ੍ਰਿਤ ਵਰਦਾ ਹੈ, ਉਹਨਾਂ ਦੇ ਕਰਨੀ ਵਾਲਿਆਂ ਦੀ ਸੰਗਤ ਕੋਈ ਕਰਦਾ ਹੈ ਤੇ ਉਹਦੀ ਤਬਦੀਲੀ ਆਉਂਦੀ ਹੈ ਜੀਵਨ ਵਿੱਚ। ਸਿਰਫ ਇੱਕ ਬੇਨਤੀ ਕਰਾਂਗਾ ਕਿ ਦੇਖੋ, ਜਿੰਨੇ ਵੀ ਰੱਬ ਦੀ, ਗੁਰੂ ਦੀ, ਗੁਰਮੁਖਾਂ ਦੀ ਸੰਗਤ ਕੀਤੀ, ਉਹਦਾ ਜੀਵਨ ਪਲਟਿਆ। ਸਾਹਿਬ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਸਿੱਖ ਵੀ ਬਲਿਹਾਰ ਗਏ ਨੇ, ਪਰ ਪੀਰ ਬੁੱਧੂ ਸ਼ਾਹ, ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਜਦੋਂ ਕੇਸਾਂ ਦੀ ਗੱਲ ਚੱਲੇਗੀ, ਹਰ ਸਿੱਖ ਦੀ ਜ਼ਬਾਨ ਤੇ ਪੀਰ ਬੁੱਧੂ ਸ਼ਾਹ ਦਾ ਨਾਮ ਜ਼ਰੂਰ ਆਏਗਾ। ਆਏ ਸਨ ਪੌਂਟਾ ਸਾਹਿਬ ਦੀ ਧਰਤੀ ਤੇ, ਹਜ਼ੂਰ ਦੇ ਦਰਸ਼ਨ ਕੀਤੇ ਸੰਧੌਰੇ ਤੋਂ ਆ ਕੇ। ਪੀਰ ਜੀ ਨੇ ਪਹਿਲਾ ਸਵਾਲ ਕੀਤਾ ਸੀ, ਉਮਰ ਪਹਿਲਾਂ ਤੱਕੀ ਕਿ ਮੇਰੀ ਆਰਬਲਾ ਜ਼ਿਆਦਾ ਹੈ, ਇਹ ਜੇ ਭਰ ਜਵਾਨੀ ਵਿੱਚ ਨੇ। ਪਹਿਲਾਂ ਮਨ ਨੇ ਸੋਚਿਆ ਕਿ ਮਨਾ ਮੇਰੇ ਆਪਣੇ ਚੇਲੇ ਬੜੇ ਨੇ, ਅਸਲ ਵਿੱਚ ਇਹ ਵੀ ਇੱਕ ਮੈਂ ਵੇ ਜਿਹੜੀ ਬੰਦੇ ਨੂੰ ਛੇਤੀ ਕਿਤਿਆ ਝੁਕਣ ਨਹੀਂ ਦਿੰਦੀ ਕਿ ਮੇਰੀ ਇੰਨਿਆਂ ਲੋਕਾਂ ਵਿੱਚ ਮਾਨਤਾ ਹੈ, ਇੰਨੇ ਲੋਕ ਮੇਰੇ ਪਿੱਛੇ ਤੁਰਦੇ ਨੇ। ਇਹੀ ਸ਼ਬਦ ਸਾਈਂ ਮੀਆਂ ਮੀਰ ਨੇ ਕਦੀ ਕਹੇ ਸਨ। ਗੁਰੂ ਹਰਗੋਬਿੰਦ ਸਾਹਿਬ ਲਾਹੌਰ ਆਏ ਤੇ ਸਾਈਂ ਜੀ ਦੇ ਜਿੱਥੇ ਬੈਠਦੇ ਸਨ, ਕਹਿੰਦੇ ਨੇ ਉੱਥੇ ਕੇਵਲ ਜ਼ਮੀਨ ਦੇ ਉੱਤੇ ਤੱਪੜ ਵਿਛੇ ਹੁੰਦੇ ਸਨ, ਉੱਥੇ ਬਹਿਣਾ, ਉੱਥੇ ਭਜਨ ਬੰਦਗੀ ਕਰਨੀ। ਗੁਰੂ ਹਰਗੋਬਿੰਦ ਸਾਹਿਬ ਆਏ ਤੇ ਸਾਈਂ ਮੀਆਂ ਮੀਰ ਅੱਗੋਂ ਲੈਣ ਗਏ ਤੇ ਹਜ਼ੂਰ ਦੇ ਘੋੜੇ ਤੋਂ ਜਦੋਂ ਉਤਰ ਲਗੇ, ਚਰਨ ਰਕਾਬ ਤੋਂ ਬਾਹਰ ਕੱਢੇ ਤੇ ਬੇਨਤੀ ਕੀਤੀ, ਦਾਤਾ ਜੀ, ਧਰਤੀ ਤੇ ਚਰਨ ਰੱਖਣ ਤੋਂ ਪਹਿਲਾਂ ਇਸ ਫਕੀਰ ਦੇ ਹੱਥ ਦੀਆਂ ਤਲੀਆਂ ਉੱਤੇ ਆਪਣੇ ਮੁਬਾਰਕ ਚਰਨ ਰੱਖ ਦਿਓ। ਨਾਲ ਮੁਰੀਦ ਵੀ ਸਨ। ਉਹਨਾਂ ਚੇਲਿਆਂ ਨੇ ਬੜਾ ਬੁਰਾ ਮਨਾਇਆ ਵੀ ਅਸੀਂ ਘਰ-ਬਾਰ ਛੱਡ ਕੇ ਆਏ ਆ, ਇਸ ਫਕੀਰ ਦੇ ਦਰ ਤੇ ਬੈਠੇ ਆ ਤੇ ਨੌਜਵਾਨ ਗੁਰੂ ਆਏ, ਉਮਰ ਕਰਕੇ ਇਹਨਾਂ ਤੋਂ ਛੋਟੇ ਨੇ। ਇਸ ਫਕੀਰ ਦੀ ਕਮਾਈ ਤੇ ਉਹਨਾਂ ਦੇ ਚਰਨਾਂ ਥੱਲੇ ਆਪਣੇ ਹੱਥ ਦੀਆਂ ਤਲੀਆਂ ਰੱਖ ਦਿੱਤੀਆਂ। ਕਹਿਣ ਲੱਗੇ ਸਤਿਗੁਰੂ ਜੀ ਨੂੰ ਕਿ ਮੁਬਾਰਕ ਚਰਨ ਮੇਰੀ ਹੱਥ ਦੀਆਂ ਤਲੀਆਂ ਤੇ ਰੱਖੋ। ਕਹਿੰਦੇ ਨੇ ਜਦੋਂ ਹੱਥਾਂ ਦੀਆਂ ਤਲੀਆਂ ਤੇ ਚਰਨ ਰੱਖੇ, ਲੱਗੀ ਹੋਈ ਉਸ ਧੂੜ ਨੂੰ ਮਸਤਕ ਤੇ ਲਾਇਆ, ਸਤਿਗੁਰੂ ਦੇ ਚਰਨ ਘੁੱਟ ਕੇ ਪਕੜ ਲਏ ਤੇ ਨਾਲ ਬੇਨਤੀ ਕੀਤੀ, ਦਾਤਾ ਜੀ ਮਿਹਰ ਕਰੋ, ਹੁਣ ਮੇਰਾ ਮਨ ਇਹਨਾਂ ਚਰਨਾਂ ਨੂੰ ਚੰਗੀ ਤਰ੍ਹਾਂ ਗਹਿ ਲਵੇ, ਪਕੜ ਲਵੇ। ਸਤਿਗੁਰੂ ਦੀ ਮਿਹਰ ਲੈ ਕੇ ਗਏ ਆਪਣੇ ਟਿਕਾਣੇ ਤੇ ਮੁਰੀਦਾਂ ਨੇ ਪਹਿਲਾ ਸਵਾਲ ਕੀਤਾ ਸੀ, ਪੀਰ ਜੀ ਅਸੀਂ ਕਿਤੇ ਭਰਮ ਤਾਂ ਨਹੀਂ ਪਾਲਦੇ ਪਏ? ਪੀਰ ਜੀ ਨੇ ਪੁੱਛਿਆ, ਦੱਸੋ ਕੀ? ਕਹਿਣ ਲੱਗੇ ਅਸੀਂ ਘਰ-ਬਾਰ ਛੱਡ ਕੇ ਆਏ ਸਾਂ, ਖੁਦਾ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਤੁਹਾਡੇ ਦਰ ਤੇ। ਸਾਨੂੰ ਕੀ ਪਤਾ ਲੱਗਾ ਕਿ ਤੁਸੀਂ ਅੱਗੇ ਕਿਸੇ ਸਾਹਮਣੇ ਝੁਕੇ ਹੋ। ਉਹਨਾਂ ਨੇ ਸ਼ਬਦ ਕਹੇ, ਜੇ ਖੁਦਾ ਦੇ ਦੀਦਾਰ ਲਈ ਆਇਓ ਫਿਰ ਜ਼ਰੂਰ ਰਹਿਓ, ਜੇ ਸੰਕੀਰਨਤਾ ਕਰਕੇ ਫਸੇ ਹੋ ਤੇ ਘਰ ਜਾ ਸਕਦੇ ਹੋ। ਕਹਿਣ ਲੱਗੇ ਤੁਹਾਡੇ ਮਨ ਵਿੱਚ ਫੁਰਨਾ ਇਹ ਹੋਣਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਥੱਲੇ ਮੈਂ ਆਪਣੇ ਹੱਥ ਕਿਉਂ ਰੱਖੇ ਨੇ? ਕਹਿਣ ਲੱਗੇ ਮੈਂ ਸੱਚ ਜਾਣੋ ਕਹਿਣਾ ਵਾ ਕਿ ਜਦੋਂ ਸਾਈਂ ਦੀ ਯਾਦ ਵੀ ਜੁੜਨਾ, ਨਮਾਜ਼ ਅਦਾ ਕਰਨਾ ਤੇ ਜਿਸ ਦਰਬਾਰ ਤੱਕ ਮੇਰੀ ਰਸਾਈ ਹੈ, ਰੱਬ ਦੇ ਤਖਤ ਉੱਤੇ, ਰੱਬ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੋਂ ਦੂਜਾ ਬੈਠੇ ਨਹੀਂ ਦਿਸਦਾ ਪਿਆ। ਕਹਿੰਦਾ ਮੈਨੂੰ ਸਾਈਂ ਦਿਸਦਾ, ਇਹਦੇ ਵਿੱਚੋਂ ਮੇਰਾ ਸਾਈਂ ਹੈ। ਦੇਖੋ ਉਹਨਾਂ ਰਹਿਮਤਾਂ ਲਈਆਂ। ਪੀਰ ਜੀ ਆਏ ਤੇ ਪਹਿਲਾਂ ਸੋਚਿਆ ਝੁਕਾਂ, ਫਿਰ ਕਿਹਾ ਇੰਨੇ ਚੇਲੇ ਪਿੱਛੇ ਨੇ, ਪਤਾ ਨਹੀਂ ਸਤਿਗੁਰੂ ਦੀ ਪਹਿਲੀ ਨਜ਼ਰ ਜਦੋਂ ਪਈ, ਕਹਿੰਦੇ ਨੇ ਇਹ ਹੀ ਫੁਰਨਾ ਇੱਕ ਖਿੰਨ ਵਿੱਚ ਮਿਟ ਗਿਆ। ਮਨਾ ਬਖਸ਼ਿਸ਼ ਦਾ ਸੰਬੰਧ ਉਮਰ ਦੇ ਨਾਲ ਨਹੀਂ, ਐਵੇਂ ਉਮਰ ਦਾ, ਗਿਆਨ ਦਾ ਤੇ ਚੇਲਿਆਂ ਦੇ ਹੰਕਾਰ ਦੀ ਪੰਡ ਨਾ ਚੁੱਕੀ, ਫਿਰ ਆਪਣੇ ਆਪ ਨੂੰ ਝੁਕਾ ਦੇ, ਕਿਉਂਕਿ ਦਰਿਆ ਪਾਣੀ ਦਾ ਵਗਦਾ ਹੋਵੇ, ਝੁਕਣ ਤੋਂ ਬਿਨਾ ਬੁੱਕ ਨਹੀਂ ਭਰੀ ਜਾਂਦੀ, ਬੁੱਕ ਭਰਨ ਤੋਂ ਬਿਨਾ ਕਦੀ ਪਿਆਸ ਨਹੀਂ ਬੁਝਦੀ ਹੁੰਦੀ। ਪਾਣੀ ਦਾ ਦਰਿਆ ਵਗਦਾ ਹੋਵੇ, ਜੇ ਆਕੜ ਨਾਲ ਖਲੋ ਕੇ ਬੰਦਾ ਕਹੇ ਕਿ ਮੇਰੇ ਆਪਣੇ ਅੰਦਰ ਪਾਣੀ ਇਸ ਤਰ੍ਹਾਂ ਚਲੇ ਜਾਏ, ਪਾਣੀ ਦਾ ਦਰਿਆ ਤਾਂ ਦਾਤਾਂ ਵੰਡਦਾ ਪਿਆ ਹੈ, ਪਰ ਬੰਦਿਆ ਤੈਨੂੰ ਝੁਕਣਾ ਤੇ ਪੈਣਾ। ਝੁਕਣੇ ਝੁਕੀ, ਬੁੱਕ ਬਣਾਈ, ਓਕ ਬਣਾਉਣ ਤੋਂ ਬਿਨਾ, ਝੁਕਣ ਤੋਂ ਬਿਨਾ ਪਾਣੀ ਨਹੀਂ ਪੀਤਾ ਜਾਂਦਾ।
जितना मर्जी तू सियाणा होवे मना गुरु तां रहमतां दा दरिया है, झुक जा ते बुक पात्र बना लै, पात्र बनाया दी प्यास जरूर बुझदी। लोड़ ना पई एक खंड फुरना उठिया, चंगे फुरने ने माड़े नू खत्म करके रख दिता ते पीर जी चरना विच हो गए। उन्होंने पहला सवाल किया कि खुदा दा मिलाप किवें होवे। गुरु कलगीधर जी कहन लगे पीर जी अंदर दी तंग दिली की रब दे दर्शन नहीं करन देती। अंदर दी तंग दिली ऐसी है जेड़ी साईं तो तोड़ी बैठी है। कहन लगे किवें मिलाप होवे। कहन लगे मिलाप तां बड़ा सुखैन है, पर मैं बेनती करा कि कलगी वालिया तुहाडे बचन ने, समरथ गुरु तुहाडे बचन ने, असी भावें कही जाइए मिलाप बड़ा सुखैन है पर तेरी नदर तो बिना मिलाप नहीं। कहन लगे पीर जी मिलाप बड़े सुखैन ने। पुछया किवें। कहन लगे रात जितनी मर्जी काली बोली होवे ओह फुटाला खोण दी देर है, रात दा हनेरा चला जांदा है, मन कई जन्मां दा खनेरे विच होवे, नाम दा दीवा बलन दी देर है, अपने आप ही मिलाप हो जांदा है। कहन लगे सतगुरु दे चरनां विच झुके ਇਹੋ जी मिलनी मिल के गए। कहते ने ਉਹ पीर ਜਿਹੜੇ अंदर ਨੂੰ ਟਿਕਾਉਂਦੇ ਸਨ ਉਹਨਾਂ ਦੇ ਆਪਣੇ ਮੁਰੀਦ ਸਨ। ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਇੰਨੀ ਭਾਵਨਾ ਨਾਲ ਚੁਕੇ ਕਿ ਪੀਰ ਜੀ ਦਾ ਅੰਦਰ ਸਦਾ ਲਈ ਗੁਰੂ ਚਰਨਾਂ ਵਿੱਚ ਜੁੜ ਗਿਆ। ਧਿਆਨ ਦਿਆ ਜੇ ਗੁਰੂ ਚਰਨਾਂ ਦੀ ਛੂਹ ਮਿਲੀ, ਉਸ ਛੂਹ ਨੇ ਉਹਨਾਂ ਦੇ ਅੰਦਰ ਨਾਮ ਚਲਾਇਆ, ਪੁੱਤਰ ਵੀ ਸ਼ਹੀਦ ਕਰਾ ਦਿੱਤੇ ਤੇ ਮੰਗਿਆ ਕਿ ਗੁਰੂ ਕਲਗੀ ਵਾਲੇ ਤੋਂ ਕੇਸ, ਮੰਗਿਆ ਕਿ ਗੁਰੂ ਕਲਗੀ ਵਾਲੇ ਤੋਂ ਕੰਘਾ। ਆਉਣ ਵਾਲੇ ਦਿਨਾਂ ਵਿੱਚ ਆਪਾਂ ਰਹਿਤ ਦੀ, ਖਾਲਸੇ ਦੀ, ਕਕਾਰਾਂ ਦੀ ਗੱਲ ਕਰਾਂਗੇ। ਗੁਰਮੁਖੋ ਜੇ ਸਿਮਰਨ ਭਗਤੀ ਹੈ, ਜੇ ਗੁਰੂ ਭਗਤੀ ਹੈ, ਸੇਵਾ ਭਗਤੀ ਹੈ ਤੇ ਸੱਚ ਜਾਣੋ ਗੁਰੂ ਕੇ ਕਕਾਰਾਂ ਨੂੰ ਸੰਭਾਲਣਾ ਇੱਕ ਕਕਾਰ ਭਗਤੀ। ਇਹ ਵੀ ਇੱਕ ਭਗਤੀ ਦੀ ਤਰ੍ਹਾਂ ਤੇ ਕੀ ਕਕਾਰ ਭਗਤੀ ਵਾਲਿਆਂ ਨੂੰ ਆਪਾਂ ਰੋਜ਼ ਚੇਤੇ ਨਹੀਂ ਕਰਦੇ। ਦੇਖੋ ਇਸ ਨੂੰ ਕਕਾਰਾਂ ਨੂੰ ਕੇਵਲ ਬਾਝਮੁਖੀ ਬਿਰਤੀ ਨਾਲ ਨਾ ਸਮਝੀਏ। ਕਕਾਰ ਇੱਕ ਭਗਤੀ ਨੇ ਤੇ ਜਿਨ੍ਹਾਂ ਨੇ ਕਕਾਰ ਭਗਤੀ ਜਾਣ ਕੇ ਸਤਿਕਾਰ ਕੀਤਾ, ਅੱਜ ਵੀ ਅਸੀਂ ਇਹ ਕਹਿੰਦੇ ਹਾਂ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹ ਕਕਾਰ ਰੱਖਣ ਵਾਲੇ ਜਿਨ੍ਹਾਂ ਨੇ ਸਿੱਖੀ ਨੂੰ ਸਵਾਸਾਂ ਨਾਲ ਨਿਭਾਇਆ। ਸ਼ਬਦ ਵਰਤੇ ਕੇਸ ਤੇ ਸਵਾਸ। ਗੁਰਮੁਖੋ ਜਿੰਨੀ ਦੇਰ ਤੱਕ ਸਵਾਸ ਨੇ, ਸਾਹਿਬ ਕਹਿੰਦੇ ਨੇ ਸਿੱਖੀ ਦਾ ਸੰਬੰਧ ਤੇਰੇ ਸਵਾਸਾਂ ਤੱਕ ਹੈ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵਿੱਚੋਂ ਕਹਿ ਕੇ ਸਮਾਪਤੀ ਕਰਨਾ। ਦੇਖੋ ਪੀਰ ਜੀ ਨੇ ਦਰਸ਼ਨ ਕੀਤੇ, ਅੰਦਰ ਟਿਕਿਆ, ਪੁੱਤਰ ਸ਼ਹੀਦ ਹੋ ਗਏ, ਰੰਚਕ ਮਾਤਰ ਵੀ ਗਿਲਾ ਨਹੀਂ, ਕਿਉਂਕਿ ਮਲੀਨ ਮਨ ਹੀ ਗਿਲੇ ਸ਼ਿਕਵੇ ਕਰਦਾ ਹੈ। ਟਿਕੇ ਹੋਏ ਨੇ ਗਿਲੇ ਕੀ ਕਰਨੇ ਨੇ। ਮਲੀਨ ਮਨ, ਤ੍ਰਿਸ਼ਨਾਲੂ ਮਨ ਸ਼ਿਕਵੇ ਤੇ ਗਿਲਿਆਂ ਵਿੱਚ ਜ਼ਿੰਦਗੀ ਕੱਢ ਦਿੰਦਾ ਹੈ ਤੇ ਟਿਕਿਆ ਹੋਇਆ ਮਨ ਸਬਰ, ਸੰਤੋਖ ਤੇ ਸ਼ੁਕਰ ਵੀ ਜੁੜਦਾ ਹੈ। ਅੱਜ ਪੀਰ ਜੀ ਦੇ ਸਕਾਂ ਉਹਨਾਂ ਦੇ ਘਰ ਵਾਲੀ ਦਾ ਭਰਾ ਆਇਆ, ਬੀਬੀ ਨਸੀਰਾਂ ਦਾ ਭਰਾ ਸ਼ਹਿਦ ਖਾਂ ਆਇਆ ਤੇ ਉਹ ਕਹਿੰਦੇ ਨੇ ਕਿ ਚੱਲਿਆ ਆਨੰਦਪੁਰ ਦੀ ਧਰਤੀ ਤੇ ਕਰਨ ਕੀ ਕਿ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੂੰ ਪਕੜਨ ਦੇ ਲਈ ਚੱਲਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਦੇ ਵਾਸਤੇ ਸੋਚਿਆ ਮਨਾ ਕਿ ਵੱਡੀ ਭੈਣ ਹੈ, ਆਪਣੇ ਜੀਜੇ ਕੋਲੋਂ, ਆਪਣੀ ਭੈਣ ਕੋਲੋਂ ਘੱਟੋ ਘੱਟ ਜਾਂਦਿਆਂ ਅਸੀਸ ਲੈ ਜਾ ਕਿ ਰੱਬ ਤੈਨੂੰ ਤੇਰੇ ਇਸ ਮੁਹਿੰਮ ਵਿੱਚ ਫਤਿਹ ਜਾਬੀ ਦੇ। ਜਦੋਂ ਕਿੰਨੇ ਗਏ ਤੇ ਉਸ ਵੇਲੇ ਨਸੀਰਾਂ ਤੇ ਪੀਰ ਬੁੱਧੂ ਸ਼ਾਹ ਕੋਲ ਬੈਠੇ ਨੇ। ਘਰ ਤਾਂ ਉਹੀ ਸੀ ਪਹਿਲੇ ਜਿੱਥੇ ਅੱਗੇ ਦੁਨਿਆਵੀ ਗੱਲਾਂ ਹੁੰਦੀਆਂ ਸਨ। ਕਹਿੰਦੇ ਨੇ ਘਰ ਵੜਦਿਆਂ ਸਾਰ ਇੰਝ ਲੱਗਾ ਕਿ ਜਿਵੇਂ ਪੂਰਨ ਤੌਰ ਤੇ ਟਿਕਾ ਆ ਗਿਆ ਹੋਵੇ, ਕਿਉਂਕਿ ਸਿਮਰਨ ਕਰਨ ਵਾਲੇ ਦੇ ਅੰਦਰੋਂ ਨਿਕਲਦੀ ਵਾਈਬ੍ਰੇਸ਼ਨ, ਉਹਦੇ ਵਿੱਚੋਂ ਨਿਕਲਦੀਆਂ ਹੋਈਆਂ ਤਰੰਗਾਂ। ਸੰਗਤ ਦਾ ਮਤਲਬ ਕੇਵਲ ਨਰਜਿੰਦ ਨਹੀਂ, ਜਿੱਥੇ ਬੰਦਗੀ ਵਾਲਾ ਹੈ ਉਹਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਕਿਰਨਾਂ ਦੂਜੇ ਦੇ ਅੰਦਰ ਨੂੰ ਟਿਕਾਉਂਦੀਆਂ। ਕੋਈ ਹੱਥਕਥਨੀ ਨਹੀਂ, ਉਹ ਟਿਕਾਣਗੀਆਂ। ਘਰ ਵੜੇ ਅੰਦਰ ਟਿਕ ਗਿਆ, ਭੋਜਨ ਛਕਿਆ, ਇੰਜ ਲੱਗੇ ਜਿਵੇਂ ਅੰਦਰ ਨੂੰ ਸਕੂਨ ਪਿਆ ਮਿਲਦਾ ਹੈ। ਆਪ ਜੀ ਨੂੰ ਪਤਾ ਹੋਵੇ ਕਿ ਰਵਿੰਦਰ ਨਾਥ ਟੈਗੋਰ ਵਰਗਾ ਸੱਜਣ, ਜਿਹਨੂੰ ਬੰਗਾਲ ਵਿੱਚ ਲੋਕ ਗੁਰੂ ਦੇਵ ਕਹਿੰਦੇ ਨੇ, ਉਹਨਾਂ ਦੇ ਘਰ ਵਿੱਚ ਲੰਗਰ ਪਕਾਉਣ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੱਜਣ ਸੀ ਤੇ ਗੁਰੂ ਜਪਦਿਆਂ ਜਦੋਂ ਪ੍ਰਸ਼ਾਦਾ ਪਕਾਉਂਦਾ ਸੀ, ਉਹਨਾਂ ਬੰਗਾਲੀਆਂ ਦੇ ਮਨ ਵਿੱਚ ਵੀ
ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰੇਮ ਪੈਦਾ ਕਰ ਦਿੱਤਾ। ਜਿੱਥੇ ਬਾਣੀ ਪੜ੍ਹੀ ਜਾਏਗੀ, ਜਿੱਥੇ ਸਿਮਰਨ ਕੀਤਾ ਜਾਏਗਾ, ਭਜਨ ਬੰਦਗੀ ਹੋਵੇਗੀ, ਪ੍ਰਸ਼ਾਦਾ ਚੱਕਿਆ ਅੰਦਰ ਨੂੰ ਸਕੂਨ ਮਿਲਿਆ, ਬੈਠਿਆਂ ਅੰਦਰ ਨੂੰ ਟਿਕਾ ਮਿਲਿਆ। ਤੇ ਜਦੋਂ ਗੱਲ ਚੱਲੀ ਵੀ ਜਾ ਚੱਲਾ ਕਿੱਥੇ ਵੇਂ, ਤੇ ਕਹਿੰਦੇ ਨੇ ਉਹਨੇ ਸ਼ਾਮ ਨੂੰ ਕਹਿ ਦਿੱਤਾ ਦਿੱਲੀ ਤੋਂ ਆਇਆ ਵਾਂ, ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲਿਆ ਵਾਂ। ਆਨੰਦਪੁਰ ਸ਼ਬਦ ਸੁਣਦਿਆਂ ਸਾਰੀ ਨਸੀਰਾਂ ਦਾ ਤੇ ਪੀਰ ਬੁੱਧੂ ਸ਼ਾਹ ਦਾ ਮਨ ਖਿੜ ਗਿਆ। ਕਿਉਂ ਜਦੋਂ ਅੰਦਰ ਟਿਕਿਆ ਹੋਵੇ ਉਦੋਂ ਜਿੱਥੇ ਸਾਈਂ ਰਹੀ ਹੁੰਦਾ ਹੈ ਉਹਦੇ ਘਰ ਦੀ ਗੱਲ ਸੁਣ ਕੇ ਵੀ ਚਾਅ ਚੜ੍ਹਦਾ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਉਹ ਥਾਂ ਭਾਗਾਂ ਵਾਲੀ ਏ। ਮੈਂ ਬੇਨਤੀ ਕਰਾਂ ਤੁਰ ਲੱਗਾ ਤੇ ਕਹਿੰਦਾ ਮੈਨੂੰ ਤੁਸੀਂ ਆਸੀਸ ਦਿਓ, ਅੱਲਾ ਦੇ ਚਰਨਾਂ ਵਿੱਚ ਮੇਰੇ ਲਈ ਜੋਦੜੀ ਕਰੋ, ਅਰਜ਼ ਕਰੋ। ਪੁੱਛਿਆ ਆਨੰਦਪੁਰ ਕਾਸ ਲਈ ਚੱਲਿਆ? ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨ ਦੇ ਲਈ, ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਦੇ ਲਈ। ਨਸੀਰਾਂ ਨੇ ਇੱਕੋ ਦਮ ਭਰਾ ਦੇ ਮੂੰਹ ਤੇ ਹੱਥ ਦੇ ਦਿੱਤਾ। ਕਹਿਣ ਲੱਗੀ ਦੇਖ ਜੇ ਪਕੜਨ ਚੱਲੇ ਆ ਮੇਰਾ ਗੁਰੂ ਕਲਗੀ ਵਾਲਾ ਮਿਹਰ ਕਰੇ। ਪੀਰ ਬੁੱਧੂ ਸ਼ਾਹ ਦੇ ਹੱਥ ਜੁੜ ਗਏ। ਖੇ ਸਤਿਗੁਰੂ ਪਹਿਲੇ ਦਿਨ ਤੇਰੇ ਦਰ ਤੇ ਆਇਆ ਸਾਂ, ਮੈਂ ਆਪਣੇ ਮੁਰੀਦਾਂ ਦੀ ਖੌਂ ਲੈ ਕੇ ਆਇਆ ਕਿ ਮੇਰੇ ਆਪਣੇ ਚੇਲੇ ਬੜੇ ਨੇ। ਤੇਰੀ ਪਹਿਲੀ ਨਜ਼ਰ ਨੇ ਮੇਰੇ ਅੰਦਰ ਦੇ ਫੁਰਨੇ ਮਿਟਾ ਕੇ ਮੈਨੂੰ ਝੁਕਾ ਦਿੱਤਾ। ਇਹ ਫੌਜ ਦਾ ਤਾਕਤ ਦਾ ਮਾਨ ਲੈ ਕੇ ਚੱਲਿਆ, ਇੱਕ ਨਜ਼ਰ ਕਰੀਏ ਭੁੱਲਿਆ ਮੈਨੂੰ ਜਿਵੇਂ ਆਪਣੇ ਚਰਨਾਂ ਵਿੱਚ ਜੋੜਿਆ ਸੀ, ਇਹਨੂੰ ਆਪਣੇ ਚਰਨਾਂ ਵਿੱਚ ਟਿਕਾ ਲ। ਸ਼ਬਦ ਕਹਿਣ ਨੇ ਜਾਣ ਲੱਗਿਆ। ਕਹਿਣ ਲੱਗੀ ਦੇਖ ਭਰਾਵਾ, ਜੇ ਗੁਰੂ ਗੋਬਿੰਦ ਸਿੰਘ ਨੂੰ ਪਕੜਨੀ ਤੇ ਪਕੜੀ, ਦੇਖੀ ਭਾਗਾਂ ਵਾਲੇ ਉਹਨੂੰ ਪਕੜਦੇ ਨਹੀਂ। ਸੋਚਿਆ ਸ਼ਾਇਦ ਭੈਣ ਅਸੀਸ ਦੇਗੀ ਕਿ ਕਹਿਣ ਲੱਗੀ ਮੇਰੇ ਵੀਰ ਨਾ ਬਾਹਾਂ ਤੋਂ ਨਾ ਪਕੜੀ, ਹੱਥ ਤੋਂ ਨਾ ਪਕੜੀ, ਵਸਤਰਾਂ ਤੋਂ ਨਾ ਪਕੜੀ। ਮੇਰਾ ਰੱਬ ਮਿਹਰ ਕਰੇ ਜੇ ਪਕੜਨ ਤੁਰਿਆ ਤੇ ਉਹਦੇ ਚਰਨਾਂ ਤੋਂ ਉਹਨਾਂ ਨੂੰ ਘੁੱਟ ਕੇ ਪਕੜ ਲੈ। ਜਿਹੜੇ ਚਰਨ ਪਕੜ ਲੈਣ ਉਹ ਭਵਜਲ ਤੋਂ ਪਾਰ ਹੋ ਜਾਂਦੇ। ਨਾਲ ਹੀ ਸ਼ਬਦ ਕਹਿ ਦਿੱਤੇ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਨਾਲ ਹੀ ਸ਼ਬਦ ਕਹਿ ਦਿੱਤੇ ਕਿ ਦੁੱਖ ਸੁਖ ਕਰਤ ਜਨਮ ਥੁਨ ਮੁਵਾ, ਚਰਨ ਕਮਲ ਗੁਰ ਆਸ਼ਰਮ ਦੀਆਂ। ਗੁਰੂ ਦੇ ਚਰਨਾਂ ਨੂੰ ਪਕੜੀ। ਮਾਨੇ ਕਿਆ ਪਤਾ ਨਹੀਂ ਕਿਹੜੇ ਪਾਸੇ ਮੇਰੇ ਭੈਣ ਤੇ ਭਣਵਈਆ ਤੁਰ ਪਏ ਨੇ। ਤੁਰਿਆ ਜ਼ਰੂਰ, ਜਿਉਂ ਜਿਉਂ ਆਨੰਦਪੁਰ ਕੋਲ ਜਾਏ ਤਿਉਂ ਤਿਉਂ ਕੰਨਾਂ ਵਿੱਚ ਆਵਾਜ਼ ਗੂੰਜੇ, ਚਰਨ ਪਕੜੀ ਜੇ ਪਕੜਨੇ ਨਹੀਂ। ਅੱਜ ਮੈਦਾਨੇ ਜੰਗ ਵਿੱਚ ਉਤਰਿਆ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਦੀ ਇੱਕ ਖਿੰਨ ਸੰਗਤ ਬੰਦੇ ਨੂੰ ਪਲਟ ਦਿੰਦੀ ਜੇ, ਤੇ ਸਤਿਗੁਰੂ ਮਿਹਰ ਕਰੇ ਗੁਰੂ ਦੀ ਸੰਗਤ ਬਖਸ਼ੇ। ਜਦੋਂ ਉਤਰਿਆ ਮੈਦਾਨੇ ਜੰਗ ਵਿੱਚ, ਜੰਗ ਸ਼ੁਰੂ ਹੋਇਆ। ਮਾਨੇ ਕਿਆ ਮਨਾ, ਜਿਨ੍ਹਾਂ ਨੇ ਪੁੱਤਰ ਦਿੱਤੇ ਨੇ, ਜਿਨ੍ਹਾਂ ਨੇ ਆਪਣੇ ਮੁਰੀਦ ਸ਼ਹੀਦ ਕਰਾਏ ਨੇ, ਐਵੇਂ ਤਾਂ ਨਹੀਂ ਹੋਣਾ। ਮਾਨੇ ਕਿਹਾ ਜੇ ਸਮਰੱਥ ਗੁਰੂ ਨੇ ਨਾ ਇੱਕ ਵਾਰੀ ਮੇਰੇ ਸਾਹਮਣੇ ਆਉਣ। ਕਹਿੰਦੇ ਨੇ ਇੱਕ ਪਲਕ ਦੇ ਅੰਦਰ ਦਾਤਾਰ ਜੀ ਸਾਹਮਣੇ ਆਏ, ਆਵਾਜ਼ ਦੇ ਕੇ ਕਹਿਣ ਲੱਗੇ ਸ਼ਹਿਦ ਖਾਂ ਆ ਮੈਂ ਤੇਰੇ ਸਾਹਮਣੇ ਆਇਆ, ਕਰ ਵਾਰ ਜੇ ਜੁੱਧ ਕਰਨੀ ਤੇ ਮੇਰੇ ਨਾਲ ਕਰ। ਜਦੋਂ ਕਿਹਾ ਵਾਰ ਕਰ, ਪਰ ਮੇਰੇ ਦਾਤਾ ਜੀ ਦੀ ਨਜ਼ਰ ਵਿੱਚ ਅੰਮ੍ਰਿਤ ਦ੍ਰਿਸ਼ਟੀ ਸੀ। ਉਹਨਾਂ ਦਾ ਦਰਸ਼ਨ ਨਿਫਲ ਨਹੀਂ, ਸਫਲ ਦਰਸ਼ਨ ਪੇਖਤ ਪੁਨੀਤ। ਉਹਨਾਂ ਦਾ ਦਰਸ਼ਨ ਵੀ ਸਫਲ ਹੈ, ਚਰਨ ਵੀ ਸਫਲ ਨੇ। ਜਦੋਂ ਇੰਨੇ ਸ਼ਬਦ ਕਹੇ ਨਜ਼ਰ ਪਾਈ ਤੇ ਉਹ ਫੁਰਨਾ ਜਿਹੜਾ ਕਹਿੰਦਾ ਸੀ ਮੈਂ ਪਕੜਾਂਗਾ, ਅੰਦਰੋਂ ਆਵਾਜ਼ ਆਈ ਚਰਨ ਪਕੜ ਲੈ। ਕਹਿੰਦੇ ਨੇ ਸ਼ਸਤਰ ਰੱਖ ਕੇ ਗੁਰੂ ਕਲਗੀ ਵਾਲੇ ਦੇ ਚਰਨਾਂ ਨੂੰ ਜਦੋਂ ਆਪਣਾ ਮੱਥਾ ਸਪਰਸ਼ ਕੀਤਾ, ਮੇਰੇ ਸਤਿਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ, ਲੋਹੇ ਨੂੰ ਪਾਰਸ ਸਪਰਸ਼ ਕਰੇ ਤੇ ਸੋਨਾ ਬਣਾ ਦਿੰਦਾ ਹੈ। ਤੇ ਗੁਰਮਖੋ ਜਦੋਂ ਗੁਰੂ ਦੇ ਚਰਨ ਸਿੱਖ ਦੇ ਮੱਥੇ ਨਾਲ ਸਪਰਸ਼ ਹੋ ਜਾਣ, ਪਾਰਸ ਤਾਂ ਕੇਵਲ ਸੋਨਾ ਬਣਾਉਂਦਾ ਹੈ, ਤੇ ਗੁਰੂ ਦੀ ਸੰਗਤ, ਗੁਰੂ ਦਾ ਸਪਰਸ਼ ਜੋ ਹੈ ਉਹ ਬੰਦੇ ਨੂੰ ਰੱਬ ਵਰਗਾ ਬਣਾ ਦਿੰਦਾ ਹੈ। ਜਦੋਂ ਚਰਨਾਂ ਨੂੰ ਸਪਰਸ਼ ਕੀਤਾ, ਅੰਦਰ ਦੀ ਬਿਰਤੀ ਗਈ। ਸ਼ਸਤਰ ਰੱਖ ਕੇ ਕਹਿੰਦਾ ਮੈਂ ਤੁਹਾਡਾ ਵਾਂ। ਹਜ਼ੂਰ ਨੇ ਕਿਹਾ ਕਿਹੜੇ ਪਾਸੇ ਤੁਰ ਪਿਆ? ਆਪਣੇ ਮਸਤਕ ਨੂੰ ਦੇਖ, ਰੱਬ ਨੇ ਤੇਰੇ ਭਾਗਾਂ ਵਿੱਚ ਫਕੀਰੀ ਲਿਖੀ ਹੈ, ਤੇਰੇ ਭਾਗਾਂ ਵਿੱਚ ਕਮਾਈ ਲਿਖੀ ਹੈ। ਗੁਰਮਖੋ ਇੱਕ ਖਿੰਨ ਦੀ ਸੰਗਤ, ਇੱਕ ਖਿੰਨ ਦਾ ਸਪਰਸ਼ ਬੰਦੇ ਦੇ ਜੀਵਨ ਨੂੰ ਪਲਟ ਸਕਦਾ ਹੈ। ਦਾਤਾ ਮਿਹਰ ਕਰੇ ਅਸੀਂ ਸਤ ਸੰਗਤ ਵਿੱਚ ਜ਼ਰੂਰ ਜੁੜੀਏ। ਜਦੋਂ ਸੰਗਤ ਵਿੱਚ ਕੀਰਤਨ ਹੋਵੇ, ਕਥਾ ਹੋਵੇ, ਉਦੋਂ ਆਪਣੇ ਫੁਰਨਿਆਂ ਨੂੰ ਟਿਕਾ ਕੇ ਦਾਤੇ ਦੀ ਬਾਣੀ ਦਾ ਸ਼ਬਦ ਦਾ ਅਭਿਆਸ ਕਰੀਏ।
कई बार असीं कहते हैं कि कीर्तन करदे हां, बाणी पढ़दे हां, अंदर किवें नाम चलेगा। मैं बेनती करां, ये मन की केवल टुचर है। जे कीर्तन करदियां मन घर दे कम्मां वल भजदा पिया ते कीर्तन करदियां शब्द की कमाई नाल करी जाए। कीर्तन सुने फिर अंदर टिका भी मिलदा है। ते मैं बेनती जिहड़ी आरंभ विच कीती सी, यही नेत्र, यही कन, यही जीव एक नवीं तांघ लैंदे ने। पहला नेत्र तन नूं तकदे सन, दुनिया दे गंदन वहण सुनदे सन कन, ते जबान अन रस नूं चखदी सी। जिदन संगत कीती उदन होया कि बाबा रविदास जी दे शब्दां अनुसार उन्हां ने शब्द वरते सन। कहन लगे चित सिमरन करूं, नैन अवलोकनों, सरवण बाणी सुजत पूर राखों, मन सो मदकर करूं, चरण हिरदै धरूं, रसन अमृत राम नाम भाखों। जेड़ा एक खिन भी मन अगे नाम विच नहीं सी जांदा, हुण कहंदे ने मेरी प्रीत गोबिंद स्यों जिन घटै, मैं तो मोल महंगी लई जी सटै। धन गुरु ग्रंथ साहिब किरपा करन, संगत भी जुड़ के सानू रस आ सके। संगत असल विच टिकण वास्ते ते कमाई वास्ते हुंदी है। इहदियां को बेनतियां प्रवान करियो। जिवें गुरमुख प्यारियां ने सकत्तर साहिब जी ने आप जी नूं दर्शा भी दिता है कि जिवें गुरमुख संगत दा आप दा हुक्म है। एक तां सतगुरु जी दे जिहड़े शब्द ने 10 आपां पढ़ने, रे मन ऐसो कर सन्यासा, क्योंकि कलगी वाले दी गल ओने दिन हुंदी रहे। उन्हां दी बाणी, उन्हां दे पवित्र जीवन विचों साखियां, ਉਹ 10 शब्द आपां विचारांगे। गुरु अंगद साहिब सच्चे पातशाह जी उन्हां दा 500 साला आगमन पुरब आ रहा है। उस संबंधी जो गुरमुखा हुक्म कीता है, 2 दिन उन्हां दी विचार भी करांगे। ते एक खालसे वाला जिहड़ा सवैया है, वो खास करके असल विच वो सवैया मेरे गुरु नानक साहिब दी जपजी दी पहली तुक दी व्याख्या है। पहली पौड़ी दी अखीरली तुक दी व्याख्या है कि किव सचियारा होई है, किव कूड़ा टुटै पास, पाल जिहड़ी कूड़ दी पाल है ਉਹਨੂੰ हुक्म मन के तोड़िया जाता है, ते जिहड़ा हुक्म मनदा है वो खालसा बनदा है। सचियार ते खालसा शब्द अर्थां विच इक्को ही ने। ये भी आपां विचारांगे। पर ये तां एक तां धन गुरु ग्रंथ साहिब मेहर करन ते दूजा आप संगत असीस बख्शो। ਇਹਦਾ मतलब ये नहीं कि जे संगत विच उच्ची थां ते बैठ के आपां कथा विचार करने आ ते जीवन भी उन्ना उच्चा होवे जेड़े थल्ले नीवें बैठे ने। नहीं, संगत विच गुरु जी वसदे ने। आप संगत असीस बख्शोगे ते इकाग्रता नाल उन्हां पवित्र शब्दां नूं आप भी घरों पढ़ के आयो, क्योंकि अर्थां दे समझ सानू कह के सुन के दोनों धिरां नूं पै सके। होइयां भुल्लां बख्श देणियां जी। वाहिगुरू जी का खालसा, वाहिगुरू।